ਸ਼ਲੋਕ ਮਹਿਲਾ ਤੀਜਾ। ਪਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਮਤ ਸੇਜੈ ਕੰਤ ਨ ਆਵਈ ਏਵੈ ਬਿਰਥਾ ਜਾਏ। ਪਾਮਣ ਦਾ ਮਤਲਬ ਹੈ ਜੀਵ ਇਸਤਰੀ। ਤੋ ਦਾ ਮਤਲਬ ਤਦੋਂ। ਸ਼ਿੰਗਾਰ ਕਰ ਦਾ ਮਤਲਬ ਆਪਣੇ ਸਰੀਰ ਨੂੰ ਸ਼ਿੰਗਾਰ। ਜਾਂ ਦਾ ਮਤਲਬ ਜਦੋਂ। ਸਗੋਂ ਪਹਿਲਾਂ ਦਾ ਮਤਲਬ ਪਹਿਲਾਂ। ਕੰਤ ਮਨਾਏ ਦਾ ਮਤਲਬ ਪਤੀ ਨੂੰ ਪ੍ਰਸੰਨ ਕਰ। ਕਿ ਇਹ ਜੀਵ ਇਸਤਰੀ ਤਦੋਂ ਸ਼ਿੰਗਾਰ ਬਣਾ ਜਦੋਂ ਪਹਿਲਾਂ ਆਪਣੇ ਪਤੀ ਨੂੰ ਪ੍ਰਸੰਨ ਕਰ। ਜੇ ਪਤੀ ਪ੍ਰਸੰਨ ਨਹੀਂ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੈ। ਜੇ ਕੱਲਾ ਸ਼ਿੰਗਾਰ ਕੀਤਾ ਹੋਵੇ, ਜੇ ਆਮ ਅਸੀਂ ਦੁਨਿਆਵੀ ਮਿਸਾਲ ਲੈ ਕੇ ਗੱਲਬਾਤ ਕਰੀਏ, ਜੇ ਕੋਈ ਔਰਤ ਹਾਰ ਸ਼ਿੰਗਾਰ ਕਰਦੀ ਹੈ ਲੇਕਿਨ ਪਤੀ ਦੇ ਨਾਲ ਅਣਬਣ ਹੈ ਜਾਂ ਪਤੀ ਦੇ ਨਾਲ ਝਗੜਾ ਕਰਦੀ ਹੈ ਤਾਂ ਉਹਦੇ ਜੀਵਨ ਵਿੱਚ ਸ਼ਾਂਤੀ ਔਰ ਖੁਸ਼ੀ ਨਹੀਂ ਹੋ ਸਕਦੀ। ਤਾਂ ਗੱਲ ਇੱਥੇ ਸ਼ਿੰਗਾਰ ਦੀ ਹੈ। ਤਾਂ ਸ਼ਿੰਗਾਰ ਕਿਹੜਾ ਹੈ? ਧਾਰਮਿਕ ਜੋ ਪਹਿਨਾਵਾ ਹੈ, ਵਿਖਾਵੇ ਦੇ ਜੋ ਕਰਮ ਨੇ। ਕਿ ਕੋਈ ਮਨੁੱਖ ਧਾਰਮਿਕ ਪਹਿਨਾਵਾ ਪਹਿਨ ਲੈਂਦਾ ਹੈ, ਧਾਰਮਿਕ ਚਿੰਨ੍ਹ ਧਾਰਨ ਕਰ ਲੈਂਦਾ ਹੈ, ਲੇਕਿਨ ਰੱਬੀ ਗੁਣਾਂ ਦੇ ਨਾਲ ਉਸ ਦੀ ਪ੍ਰੀਤ ਨਹੀਂ, ਰੱਬੀ ਗੁਣਾਂ ਦਾ ਉਹ ਧਾਰਨੀ ਨਹੀਂ, ਰੱਬੀ ਰਜਾ ਦੇ ਵਿੱਚ ਉਹ ਤੁਰਦਾ ਨਹੀਂ, ਤਾਂ ਉਹਦਾ ਜਿਹੜਾ ਬਾਹਰੀ ਪਹਿਨਾਵਾ ਜਿਹੜਾ ਪਹਿਨਿਆ ਹੋਇਆ ਹੈ ਉਹ ਬੇਕਾਰ ਔਰ ਵਿਅਰਥ ਹੈ। ਉਸ ਦਾ ਉਹਨੂੰ ਕੋਈ ਆਤਮਿਕ ਲਾਭ ਨਹੀਂ ਹੈ। ਜਿਵੇਂ ਗੁਰਦੇਵ ਪਾਤਸ਼ਾਹ ਜੀ ਨੇ ਥਾਂ ਪਰ ਥਾਂ ਸਾਨੂੰ ਸੁਚੇਤ ਕੀਤਾ ਹੈ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੇ ਉਪਦੇਸ਼। ਜਾਂ ਚਿੱਟੇ ਜਿਨ ਕੇ ਕੱਪੜੇ, ਮੈਲੇ ਚਿਤ ਕਠੋਰ ਦਿਓ, ਤਿੰਨ ਮੁਖ ਨਾਮ ਨਾ ਵਿਆਪਈ, ਸੇ ਪਸ਼ੂਆਂ ਸੇ ਢੋਰ ਦਿਓ। ਯਾਨੀ ਜੋ ਸ਼ਿੰਗਾਰ ਹੈ ਕੱਲਾ ਬਾਹਰੀ ਪਹਿਨਾਵਾ ਹੈ, ਉਸ ਪਹਿਨਾਵੇ ਦੇ ਨਾਲ ਸਾਨੂੰ ਕੋਈ ਆਤਮਿਕ ਲਾਭ ਨਹੀਂ ਹੋ ਸਕਦਾ ਜੇਕਰ ਅਸੀਂ ਰੱਬੀ ਗੁਣਾਂ ਦੇ ਧਾਰਨੀ ਨਹੀਂ ਹਾਂ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਹਨ ਕਿ ਜੋ ਕੱਲੇ ਧਾਰਮਿਕ ਪਹਿਨਾਵਾ ਹੈ ਵਿਖਾਵੇ ਦਾ, ਉਸ ਦਾ ਕੋਈ ਆਤਮਿਕ ਲਾਭ ਨਹੀਂ। ਪਹਿਨਾਵਾ ਵੇਸ਼ ਭੂਸ਼ਾ ਤਾਂ ਧਾਰਨ ਕਰ, ਪਹਿਲਾਂ ਪ੍ਰਭੂ ਨੂੰ ਪ੍ਰਸੰਨ ਕਰ, ਭਾਵ ਰੱਬੀ ਗੁਣਾਂ ਦੇ ਵਿੱਚ ਰਾਜੀ ਹੋ, ਰੱਬੀ ਰਜਾ ਵਿੱਚ ਤੁਰ। ਮਤ ਸੇਜੈ ਕੰਤ ਨ ਆਵਈ ਏਵੈ ਬਿਰਥਾ ਜਾਏ। ਮਤ ਦਾ ਮਤਲਬ ਮਤਾਂ, ਬਿਰਥਾ ਦਾ ਮਤਲਬ ਵਿਅਰਥ। ਮਤਾਂ ਪ੍ਰਭੂ ਤੇਰੇ ਹਿਰਦੇ ਸੇਜਾ ਤੇ ਆਵੇ ਹੀ ਨਾ, ਤੇ ਤੇਰਾ ਜੋ ਹਾਰ ਸ਼ਿੰਗਾਰ ਹੈ ਉਹ ਬੇਕਾਰ ਔਰ ਵਿਅਰਥ ਚਲਾ ਜਾਏ। ਯਾਨੀ ਹਾਰ ਸ਼ਿੰਗਾਰ ਵਿਅਰਥ ਹੈ ਜੇਕਰ ਅੰਦਰ ਰੱਬ ਆਣ ਕੇ ਨਹੀਂ ਵਸਿਆ। ਜੇ ਰੱਬੀ ਗੁਣ ਅੰਦਰ ਨਹੀਂ ਵਸੇ ਤਾਂ ਜੋ ਬਾਹਰੀ ਪਹਿਨਾਵਾ ਹੈ ਜਾਂ ਬਾਹਰੀ ਕਰਮ ਕਾਂਡ ਨੇ, ਉਹਨਾਂ ਦਾ ਮਨੁੱਖ ਨੂੰ ਕੋਈ ਵੀ ਆਤਮਿਕ ਲਾਭ ਨਹੀਂ ਹੈ। ਉਹਨਾਂ ਦੇ ਵਿੱਚ ਫਿਰ ਐਵੇਂ ਆਪਣਾ ਸਮਾਂ ਹੀ ਜ਼ਾਇਆ ਕਰ ਰਿਹਾ ਹੈ, ਟਾਈਮ ਹੀ ਵਿਅਰਥ ਕਰ ਰਿਹਾ ਹੈ। ਇਹਦਾ ਬਾਹਰੀ ਪਹਿਨਾਵਾ ਤਾਂ ਹੀ ਸਫਲਾ ਹੋ ਸਕਦਾ ਹੈ ਜੇਕਰ ਇਸ ਦੇ ਅੰਦਰ ਪ੍ਰਭੂ ਦੇ ਗੁਣ ਵਸ ਗਏ ਨੇ, ਤਾਂ ਹੀ ਆਤਮਿਕ ਲਾਭ ਹੋਏਗਾ, ਤਾਂ ਹੀ ਸੁੱਖ ਸ਼ਾਂਤੀ ਆਨੰਦ ਖੇੜਾ ਔਰ ਪ੍ਰਸੰਨਤਾ ਪ੍ਰਾਪਤ ਹੋ ਸਕੇਗੀ। ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ। ਪਿਰ ਮਨ ਦਾ ਮਤਲਬ ਖਸਮ ਦਾ ਮਨ, ਕਿਉਂਕਿ ਇੱਥੇ ਪਿਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ, ਮਨ ਦੇ ਨੰਨੇ ਥੱਲੇ ਔਂਕੜ ਹੈ। ਪਿਰ ਔਰ ਮਨ ਦੇ ਦਰਮਿਆਨ ਦਾ ਸ਼ਬਦ ਸੰਬੰਧ ਕੀ ਹੈ ਔਰ ਲੁਪਤ ਹੈ। ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ। ਕਾਮਣ ਦਾ ਮਤਲਬ ਹੈ ਇਸਤਰੀ, ਕਿ ਇਹ ਜੀਵ ਇਸਤਰੀ ਜੇ ਪ੍ਰਭੂ ਦਾ ਮਨ ਮੰਨ ਜਾਏ, ਪ੍ਰਭੂ ਰੀਝ ਜਾਏ, ਪ੍ਰਭੂ ਦੀ ਪ੍ਰਸੰਨਤਾ ਬੰਦਾ ਪਾ ਲਵੇ, ਤਾਂ ਹੀ ਸ਼ਿੰਗਾਰ ਬਣਿਆ ਹੋਇਆ ਸਮਝ, ਤਾਂ ਹੀ ਬਾਹਰ ਦਾ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਤੇਰਾ ਸਫਲਾ ਹੈ। ਜੇ ਪ੍ਰਭੂ ਦਾ ਮਨ ਮੰਨ ਜਾਏ, ਪ੍ਰਭੂ ਪ੍ਰਸੰਨ ਹੋ ਜਾਏ, ਯਾਨੀ ਜੇ ਮਨੁੱਖ ਰੱਬ ਦੀ ਪ੍ਰਸੰਨਤਾ ਪਾ ਲੈ, ਜੇ ਰੱਬ ਦੀ ਰਜਾ ਦੇ ਵਿੱਚ ਤੁਰੇ, ਤਾਂ ਹੀ ਇਸ ਦਾ ਪਹਿਨਾਵਾ ਸਫਲਾ ਹੈ। ਤੇ ਜੇਕਰ ਰੱਬੀ ਰਜਾ ਵਿੱਚ ਨਹੀਂ ਚੱਲ ਰਿਹਾ, ਰੱਬ ਦੀ ਪ੍ਰਸੰਨਤਾ ਨਹੀਂ ਪਾ ਸਕਿਆ ਜਾਂ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੈ, ਤਾਂ ਧਾਰਮਿਕ ਪਹਿਨਾਵਾ ਜੋ ਹੈ ਜਾਂ ਵੇਸ਼ ਭੂਸ਼ਾ ਹੈ ਉਹ ਤਾਂ ਇੱਕ ਨਹੀਂ ਹਜ਼ਾਰਾਂ ਲੱਖਾਂ ਲੋਕ ਪਹਿਨ ਕੇ ਫਿਰ ਰਹੇ ਨੇ। ਤਾਂ ਗੁਰੂ ਜੀ ਇੱਥੇ ਵਿਖਾਵੇ ਦੇ ਪਹਿਨਾਵਿਆਂ ਦਾ ਖੰਡਨ ਕਰ ਰਹੇ ਨੇ ਔਰ ਸਾਨੂੰ ਸਮਝਾ ਰਹੇ ਨੇ ਕਿ ਅਸਲ ਗੱਲ ਜੋ ਹੈ ਉਹ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ, ਤਾਂ ਹੀ ਪਹਿਨਾਵਾ ਸਫਲਾ ਹੈ। ਨਹੀਂ ਤੇ ਪਹਿਨਾਵਾ ਜਿੰਨਾ ਮਰਜੀ ਕੀਮਤੀ ਹੋਵੇ, ਹਾਰ ਸ਼ਿੰਗਾਰ ਜਿੰਨੇ ਮਰਜੀ ਕੀਮਤੀ ਹੋਣ, ਜੇ ਸੱਚ ਦੇ ਨਾਲ ਬੰਦਾ ਨਹੀਂ ਜੁੜਿਆ ਹੋਇਆ ਤਾਂ ਉਸ ਦਾ ਪਹਿਨਾਵਾ ਵਿਅਰਥ ਹੋ ਜਾਏਗਾ। ਜਿਵੇਂ ਕੋਈ ਔਰਤ ਹਾਰ ਸ਼ਿੰਗਾਰ ਲਗਾਏ ਲੇਕਿਨ ਉਹ ਆਚਰਨਹੀਣ ਹੋਵੇ,
ਜਾਂ ਉਸ ਦੇ ਅੰਦਰ ਹੋਰ ਸ਼ੁਭ ਗੁਣ ਨਾ ਹੋਣ ਤਾਂ ਫਿਰ ਉਹਨੂੰ ਕੇਵਲ ਪਹਿਨਾਵੇ ਦੇ ਨਾਲ ਆਦਰ ਸਤਿਕਾਰ ਨਹੀਂ ਮਿਲਦਾ। ਇਸੇ ਤਰ੍ਹਾਂ ਜੇ ਕੋਈ ਧਾਰਮਿਕ ਪਹਿਨਾਵੇ ਪਹਿਨਦਾ ਹੈ, ਵੇਸ਼ ਭੂਸ਼ਾ ਬਾਹਰਲੀ ਬਣਾਉਂਦਾ ਹੈ ਚੰਗੀ, ਪਰ ਜੇ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਗੁਣਾਂ ਦਾ ਧਾਰਨੀ ਨਹੀਂ ਹੈ, ਤਾਂ ਕੇਵਲ ਉਹਦੇ ਧਾਰਮਿਕ ਪਹਿਨਾਵੇ ਕਰਕੇ ਹੀ ਉਹਨੂੰ ਮਾਣ ਆਦਰ ਨਹੀਂ ਮਿਲ ਸਕਦਾ, ਕੇਵਲ ਧਾਰਮਿਕ ਵਿਖਾਵੇ ਕਰਕੇ ਹੀ ਉਹਨੂੰ ਰੱਬੀ ਦਰ ਦੇ ਉੱਤੇ ਪ੍ਰਵਾਨਗੀ ਨਹੀਂ ਮਿਲਦੀ। ਈਆ ਤੋ ਪ੍ਰਵਾਨ ਹੈ ਜਾਂ ਸ਼ੋਹ ਤਰੇ ਪਿਆਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸਤਰੀ ਦਾ ਹਾਰ ਸ਼ਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਪ੍ਰਭੂ ਦਾ ਪਿਆਰ ਮਿਲ ਜਾਏ, ਜੇ ਰੱਬ ਉਸ ਦੇ ਨਾਲ ਪਿਆਰ ਕਰੇ, ਜੇ ਰੱਬ ਦੇ ਨਾਲ ਪ੍ਰੀਤ ਹੋਵੇ, ਰੱਬੀ ਗੁਣਾਂ ਨਾਲ ਪਿਆਰ ਹੋਵੇ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਰੱਬੀ ਗੁਣਾਂ ਦਾ ਧਾਰਨੀ ਹੋਵੇ, ਸੱਚਾਈ ਹੈ, ਦਇਆ ਹੈ, ਪਿਆਰ ਮੁਹੱਬਤ ਹੈ, ਇਨਸਾਨੀਅਤ ਹੈ। ਜੇ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰ ਰਿਹਾ ਹੈ ਤਾਂ ਹੀ ਉਹਦਾ ਬਾਹਰੀ ਚੰਗਾ ਕੀਮਤੀ ਪਹਿਨਾਵਾ ਪਹਿਨਿਆ ਸਫਲਾ ਹੈ, ਤਾਂ ਹੀ ਉਹਦਾ ਧਾਰਮਿਕ ਹਾਰ ਸ਼ਿੰਗਾਰ ਚੰਗਾ ਹੈ, ਸਫਲਾ ਹੈ। ਪਰ ਜੇ ਰੱਬੀ ਗੁਣ ਨਹੀਂ, ਰੱਬੀ ਗੁਣਾਂ ਨਾਲ ਪਿਆਰ ਨਹੀਂ, ਬੰਦਾ ਰੱਬੀ ਰਜ਼ਾ ਵਿੱਚ ਤੁਰਦਾ ਨਹੀਂ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ, ਤੇ ਧਾਰਮਿਕ ਪਹਿਨਾਵਾ ਪਹਿਨ ਕੇ ਫਿਰਦਾ ਹੈ, ਤਾਂ ਉਹ ਸਗੋਂ ਬਦਨਾਮੀ ਦਾ ਕਾਰਨ ਬਣ ਜਾਂਦਾ ਹੈ। ਦੂਜੇ ਲੋਕਾਂ ਨੂੰ ਵੀ ਉਹ ਬਦਨਾਮ ਕਰਾਉਂਦਾ ਹੈ ਔਰ ਆਪ ਵੀ ਰੱਬੀ ਖੁਸ਼ੀ ਹਾਸਲ ਨਹੀਂ ਕਰਦਾ। ਭਉ ਸ਼ਿੰਗਾਰ ਤੰਬੋਲ ਰਸ ਭੋਜਨ ਭਾਉ ਕਰੇ। ਇੱਥੇ ਤੰਬੋਲ ਦਾ ਮਤਲਬ ਹੈ ਪਾਨ, ਤੰਬੋਲ ਰਸ ਦਾ ਮਤਲਬ ਪਾਨਾਂ ਦਾ ਰਸ, ਭੋਜਨ ਦਾ ਮਤਲਬ ਭੋਜਨ ਖਾਣਾ ਪੀਣਾ, ਭਾਉ ਦਾ ਮਤਲਬ ਪ੍ਰੇਮ, ਭਾਉ ਦਾ ਮਤਲਬ ਰੱਬੀ ਡਰ। ਜੇ ਇਸਤਰੀ ਪ੍ਰਭੂ ਦੇ ਡਰ ਵਿੱਚ ਰਹਿਣ ਨੂੰ ਸ਼ਿੰਗਾਰ ਤੇ ਪਾਨ ਦਾ ਰਸ ਬਣਾਉਂਦੀ ਹੈ, ਯਾਨੀ ਸ਼ਿੰਗਾਰ ਔਰ ਪਾਨ ਦਾ ਰਸ ਕੀ ਹੈ? ਭਾਉ। ਜੇ ਜੀਵ ਇਸਤਰੀ ਪ੍ਰਭੂ ਦੇ ਡਰ ਵਿੱਚ ਰਹਿਣ ਨੂੰ ਸ਼ਿੰਗਾਰ ਔਰ ਪਾਨ ਦਾ ਰਸ ਬਣਾਉਂਦੀ ਹੈ, ਭੋਜਨ ਭਾਉ ਕਰੇ ਔਰ ਪ੍ਰਭੂ ਦੇ ਪਿਆਰ ਨੂੰ ਭੋਜਨ ਯਾਨੀ ਜ਼ਿੰਦਗੀ ਦਾ ਆਧਾਰ ਬਣਾਉਂਦੀ ਹੈ, ਕਿਉਂਕਿ ਭੋਜਨ ਨਾਲ ਅਸੀਂ ਜ਼ਿੰਦਗੀ ਜੀਂਦੇ ਆ ਨਾ, ਭੋਜਨ ਸਾਡੇ ਜੀਵਨ ਦਾ ਆਧਾਰ ਹੈ। ਜੇ ਬੰਦਾ ਕੋਈ ਭੋਜਨ ਖੁਰਾਕ ਨਹੀਂ ਖਾਏਗਾ ਤਾਂ ਉਹਦੀ ਮੌਤ ਹੋ ਜਾਏਗੀ। ਤਾਂ ਇੱਥੇ ਮਤਲਬ ਆਤਮਿਕ ਖੁਰਾਕ, ਜੀਵਨ ਦਾ ਆਧਾਰ। ਜੇ ਕੋਈ ਜੀਵ ਇਸਤਰੀ ਪ੍ਰਭੂ ਦੇ ਡਰ ਵਿੱਚ ਰਹਿਣ ਨੂੰ ਸ਼ਿੰਗਾਰ ਔਰ ਪਾਨ ਦਾ ਰਸ ਬਣਾਉਂਦੀ ਹੈ ਔਰ ਪ੍ਰਭੂ ਪਿਆਰ ਨੂੰ, ਰੱਬੀ ਗੁਣਾਂ ਦੇ ਪਿਆਰ ਨੂੰ ਜ਼ਿੰਦਗੀ ਦਾ ਆਧਾਰ ਬਣਾਉਂਦੀ ਹੈ, ਤਨ ਮਨ ਸੌਂਪੇ ਕੰਤ ਕਉ ਤੋ ਨਾਨਕ ਭੋਗ ਕਰੇ। ਭੋਗ ਕਰੇ ਦਾ ਮਤਲਬ ਰੱਬ ਦਾ ਮਿਲਾਪ ਹੁੰਦਾ ਹੈ ਔਰ ਆਪਣਾ ਤਨ ਔਰ ਮਨ ਪਤੀ ਨੂੰ ਸੌਂਪ ਦੇਵੇ, ਯਾਨੀ ਤਨ ਔਰ ਮਨ ਕਰਕੇ ਰੱਬੀ ਰਜ਼ਾ ਦੇ ਵਿੱਚ ਤੁਰੇ, ਤਾਂ ਪ੍ਰਭੂ ਦਾ ਮਿਲਾਪ ਹਾਸਲ ਹੋ ਜਾਂਦਾ, ਤਾਂ ਰੱਬ ਦਾ ਮਿਲਾਪ ਹਾਸਲ ਹੋ ਸਕਦਾ ਹੈ। ਹੁਣ ਦੁਬਾਰਾ ਫਿਰ ਦੇਖ ਲਓ ਕਿ ਜੋ ਸ਼ਿੰਗਾਰ ਹੈ ਨਾ ਜੀਵਨ ਦਾ, ਜੇ ਬੰਦੇ ਨੇ ਕੇਵਲ ਬਾਹਰੀ ਤੌਰ ਤੇ ਧਾਰਮਿਕ ਪਹਿਨਾਵਾ ਪਹਿਨਿਆ ਹੈ ਜਾਂ ਬਾਹਰੀ ਤੌਰ ਤੇ ਆਪਣੇ ਆਪ ਨੂੰ ਧਾਰਮਿਕ ਚਿੰਨ੍ਹਾਂ ਦੇ ਨਾਲ ਸਜਾਇਆ ਸ਼ਿੰਗਾਰਿਆ ਹੈ, ਪਰ ਜੇ ਉਹਦੇ ਅੰਦਰ ਰੱਬੀ ਡਰ ਨਹੀਂ, ਜੇ ਉਹਦੇ ਅੰਦਰ ਰੱਬੀ ਗੁਣਾਂ ਦਾ ਪਿਆਰ ਨਹੀਂ, ਜੇ ਤਨ ਔਰ ਮਨ ਕਰਕੇ ਰੱਬੀ ਰਜ਼ਾ ਦੇ ਵਿੱਚ ਨਹੀਂ ਤੁਰਦਾ, ਤਾਂ ਫਿਰ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੋਏਗਾ, ਰੱਬ ਦਾ ਮਿਲਾਪ ਪ੍ਰਾਪਤ ਨਹੀਂ ਹੋਏਗਾ, ਰੱਬ ਦੇ ਵਿੱਚ ਲੀਨ ਨਹੀਂ ਹੋ ਸਕੇਗਾ, ਰੱਬੀ ਗੁਣਾਂ ਦਾ ਧਾਰਨੀ ਜੇਕਰ ਉਹ ਨਹੀਂ ਹੈ ਤਾਂ। ਇਸ ਲਈ ਆਪਣੀ ਜ਼ਿੰਦਗੀ ਨੂੰ ਸ਼ਿੰਗਾਰਨਾ ਹੈ ਰੱਬੀ ਡਰ, ਇਹਨੂੰ ਆਪਣਾ ਪਾਨ ਦਾ ਤੰਬੋਲ ਰਸ ਆਦਿਕ ਬਣਾਉਣਾ ਹੈ, ਯਾਨੀ ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ ਉਹਨੂੰ ਫਿਰ ਇਹਨਾਂ ਰਸਾਂ ਦੀ ਵੀ ਲੋੜ ਨਹੀਂ ਜ਼ਿੰਦਗੀ ਦੇ ਅੰਦਰ ਖੁਸ਼ੀ ਵਾਸਤੇ। ਤਾਂ ਜਿਹੜਾ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ ਔਰ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ, ਆਪਣੀ ਸੋਚ ਦਾ ਆਧਾਰ, ਆਪਣੇ ਜੀਵਨ ਦਾ ਆਧਾਰ, ਔਰ ਜੋ ਤਨ ਮਨ ਪ੍ਰਭੂ ਨੂੰ ਸੌਂਪ ਦਿੰਦਾ ਹੈ। ਤਨ ਮਨ ਪ੍ਰਭੂ ਨੂੰ ਸੌਂਪਣ ਦਾ ਮਤਲਬ ਆਪਣੀ ਸੋਚ ਔਰ ਆਪਣੇ ਜੋ ਕਰਮ ਨੇ ਉਹਨਾਂ ਨੂੰ ਰੱਬੀ ਰਜ਼ਾ ਦੇ ਵਿੱਚ ਰਹਿੰਦਾ ਹੈ, ਯਾਨੀ ਮਨ ਕਰਕੇ ਵੀ ਰੱਬੀ ਰਜ਼ਾ ਵਿੱਚ ਹੈ ਔਰ ਤਨ ਕਰਕੇ ਵੀ। ਸੋਚ ਵੀ ਰੱਬੀ ਰਜ਼ਾ ਵਾਲੀ ਹੈ ਔਰ ਤਨ ਦੇ ਜੋ ਕਰਮ ਨੇ, ਬਾਹਰੀ ਜੋ ਜੀਵਨ ਹੈ, ਜੋ ਵਿਵਹਾਰ ਹੈ, ਬਿਹੇਵੀਅਰ ਹੈ, ਉਹ ਵੀ ਰੱਬੀ ਰਜ਼ਾ ਦੇ ਵਿੱਚ ਹੈ। ਤਾਂ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ, ਤਾਂ ਮਨੁੱਖ ਰੱਬ ਦੇ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਮਹਿਲਾ ਤੀਜਾ, ਕਾਜਲ ਫੂਲ ਤੰਬੋਲ ਰਸ ਲੈ ਧਨ ਕੀਆ ਸ਼ਿੰਗਾਰ। ਧਨ ਦਾ ਮਤਲਬ ਇਸਤਰੀ, ਕਾਜਲ ਦਾ ਮਤਲਬ ਕੱਜਲ ਯਾਨੀ ਸੁਰਮਾ, ਤੰਬੋਲ ਦਾ ਮਤਲਬ ਪਾਨ ਦਾ ਰਸ। ਇਸਤਰੀ ਨੇ ਸੁਰਮਾ, ਫੁੱਲ ਔਰ ਪਾਨਾਂ ਦਾ ਰਸ ਲੈ ਕੇ ਸ਼ਿੰਗਾਰ ਕੀਤਾ।
ਯਾਨੀ ਜੇ ਕੋਈ ਜੀਵ ਇਸਤਰੀ ਜਾਂ ਕੋਈ ਮਨੁੱਖ ਜਾਂ ਆਪਾਂ ਔਰਤ ਦੀ ਗੱਲ ਕਰੀਏ, ਜੇ ਕੋਈ ਔਰਤ ਫੁੱਲਾਂ ਆਦਿਕ ਦੇ ਹਾਰ ਪਾਉਂਦੀ ਹੈ, ਸੁਰਮਾ ਪਾਉਂਦੀ ਹੈ ਔਰ ਹੋਰ ਹਾਰ ਸ਼ਿੰਗਾਰ ਕਰ ਲੈਂਦੀ ਹੈ, ਸੇਜੇ ਕੰਤ ਨ ਆਇਓ ਐਵੇਂ ਭਇਆ ਵਿਕਾਰ। ਵਿਕਾਰ ਦਾ ਮਤਲਬ ਮੰਦਾ ਕੰਮ, ਐਵੇਂ ਦਾ ਮਤਲਬ ਐਵੇਂ। ਪਰ ਜੇ ਖਸਮ ਸੇਜ ਤੇ ਨਾ ਆਇਆ ਤਾਂ ਇਹ ਸ਼ਿੰਗਾਰ ਸਗੋਂ ਵਿਕਾਰ ਬਣ ਗਿਆ, ਦੁਖਦਾਈ ਹੋ ਗਿਆ ਵਿਛੋੜੇ ਦੇ ਕਾਰਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਕੋਈ ਬੰਦਾ ਬਾਹਰੀ ਤੌਰ ਤੇ ਸ਼ਿੰਗਾਰ ਕਰੀ ਜਾਏ, ਜਿਵੇਂ ਇੱਥੇ ਇੱਕ ਔਰਤ ਦੀ ਮਿਸਾਲ ਲੈ ਕੇ ਦੱਸੀ ਹੈ, ਬਾਹਰੀ ਤੌਰ ਤੇ ਜੇਕਰ ਬੰਦਾ ਇਤਰ ਫਲੋਇਲ ਵੀ ਲਾਂਦਾ ਰਹੇ, ਧਾਰਮਿਕ ਵਸਤਰ ਵੀ ਪਹਿਨਾਵੇ ਵੀ ਪਹਿਨਦਾ ਰਹੇ, ਤੇ ਜੇ ਉਹਦੇ ਹਿਰਦੇ ਦੇ ਉੱਤੇ ਪ੍ਰਭੂ ਨਹੀਂ ਵਸਿਆ, ਜੇ ਉਹਦੀ ਮਾਨਸਿਕਤਾ ਦੇ ਅੰਦਰ ਰੱਬ ਨਹੀਂ ਵਸਿਆ, ਤਾਂ ਫਿਰ ਇਹ ਜਿਹੜਾ ਹਾਰ ਸ਼ਿੰਗਾਰ ਹੈ ਇਹ ਵਿਅਰਥ ਹੈ, ਇਹਦਾ ਉਹਨੂੰ ਕੋਈ ਲਾਭ ਨਹੀਂ ਹੈ। ਇਕੱਲੇ ਬਾਹਰੀ ਵਿਖਾਵੇ ਦੇ ਨਾਲ ਕਦੇ ਆਂਤਰਿਕ ਸ਼ਾਂਤੀ ਨਹੀਂ ਮਿਲ ਸਕਦੀ। ਕਦੀ ਬਾਹਰੀ ਵਿਖਾਵੇ ਦੇ ਨਾਲ ਕਦੇ ਵੀ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ। ਜ਼ਰੂਰਤ ਤਾਂ ਆਪਣੇ ਸੋਚ ਔਰ ਬਿਹੇਵੀਅਰ ਨੂੰ ਬਦਲਣ ਦੀ ਹੈ। ਜੇ ਬੰਦੇ ਦੀ ਸੋਚ ਵਿੱਚ ਰੱਬੀ ਗੁਣ ਨਹੀਂ, ਜੇ ਬੰਦੇ ਦੇ ਬਿਹੇਵੀਅਰ ਦੇ ਅੰਦਰ ਰੱਬੀ ਗੁਣ ਨਹੀਂ, ਪਿਆਰ ਮੁਹੱਬਤ ਦਇਆ ਆਦਿਕ ਨਹੀਂ ਹੈ, ਤਾਂ ਉਹਦਾ ਜਿਹੜਾ ਬਾਹਰੀ ਵੇਸ਼ਭੂਸ਼ਾ ਹੈ, ਚਾਹੇ ਉਹ ਧਾਰਮਿਕ ਹੈ, ਉਹਦਾ ਉਹਨੂੰ ਕੋਈ ਲਾਭ ਨਹੀਂ ਹੈ। ਮਹਿਲਾ ਤੀਜਾ, ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਧਨ ਦਾ ਮਤਲਬ ਪਤਨੀ ਔਰਤ, ਪਿਰ ਦਾ ਮਤਲਬ ਪਤੀ। ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਇਹ ਦਾ ਮਤਲਬ ਇਹ ਬਹੁਵਚਨੀ ਸ਼ਬਦ ਹੈ। ਇਹ ਤੋਂ ਜਦੋਂ ਇਹ ਦਾ ਹਾਹਾ ਮੁਕਤਾ ਹੁੰਦਾ ਨਾ, ਤਾਂ ਉਦੋਂ ਇਹ ਸਿੰਗੂਲਰ ਸ਼ਬਦ ਹੁੰਦਾ ਹੈ, ਪਰ ਇਹ ਦੇ ਨਾਲ ਸਿਹਾਰੀ ਲੱਗਣ ਕਰਕੇ ਇਹ ਬਹੁਵਚਨੀ ਬਣ ਜਾਂਦਾ ਹੈ। ਇੱਕ ਵਚਨ ਇਹ ਹੈ ਜਦੋਂ ਇਹ ਦੇ ਹਾਹੇ ਥੱਲੇ ਔਂਕੜ ਹੁੰਦਾ ਨਾ, ਇਹ ਦੇ ਹਾਹੇ ਥੱਲੇ ਜਦੋਂ ਔਂਕੜ ਹੋਵੇ ਉਦੋਂ ਇੱਕ ਵਚਨੀ ਹੁੰਦਾ ਹੈ। ਈੜੀ ਨਾਲ ਲਾਂ ਹਾਹੇ ਥੱਲੇ ਔਂਕੜ, ਇਹ ਉਦੋਂ ਹੁੰਦਾ ਹੈ ਇੱਕ ਵਚਨੀ। ਪਰ ਜਦੋਂ ਇਹ ਦੇ ਹਾਹੇ ਨਾਲ ਸਿਹਾਰੀ ਲੱਗ ਜਾਏ ਤਾਂ ਫਿਰ ਇਹ ਬਹੁਵਚਨੀ ਹੋ ਜਾਂਦਾ। ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ। ਸਿਰਫ ਸਰੀਰਕ ਤੌਰ ਤੇ ਰਲ ਕੇ ਬਹਿਨ ਨੂੰ ਅਸਲੀ ਇਸਤਰੀ ਔਰ ਪਤੀ ਨਹੀਂ ਕਿਹਾ ਜਾ ਸਕਦਾ, ਕਿ ਜਿਹੜੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬਹਿ ਗਏ ਉਹਨਾਂ ਨੂੰ ਪਤੀ ਪਤਨੀ ਨਹੀਂ ਕਹਿੰਦੇ। ਅਸਲੀ ਪਤੀ ਪਤਨੀ ਕੌਣ ਨੇ? ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਹੈ ਸੋਏ। ਮੂਰਤੀ ਦਾ ਮਤਲਬ ਜਿਸਮ, ਸ਼ਰੀਰ, ਜਿਸਮ। ਜੋਤ ਦੋਵਾਂ ਦੀ ਇੱਕ ਹੋਵੇ, ਜਿਸਮ ਦੋ ਹੋਣ, ਸ਼ਰੀਰ ਦੋ ਹੋਣ। ਹੁਣ ਇੱਥੇ ਜੋਤ ਦਾ ਮਤਲਬ ਹੈ ਸੋਚ। ਦੋਹਾਂ ਦੀ ਸੋਚ ਇੱਕ ਹੋਵੇ, ਚੰਗੀ, ਉੱਚੀ ਔਰ ਮਹਾਨ। ਸ਼ਰੀਰ ਦੋ ਹੋਣ, ਦਿਲੋਂ ਉਹਨਾਂ ਦਾ ਆਪਸੀ ਪਰਸਪਰ ਪਿਆਰ ਹੋਵੇ, ਸੋਚ ਇੱਕ ਹੋਵੇ, ਦਿਲੀ ਪਿਆਰ ਹੋਵੇ, ਉਹਨਾਂ ਨੂੰ ਪਤੀ ਪਤਨੀ ਕਹਿ ਸਕਦੇ ਹਾਂ ਕਿ ਇਹ ਸਹੀ ਪਤੀ ਪਤਨੀ ਹੈ। ਤਾਂ ਦੇਖੋ ਕਿਹੜਾ ਵੱਡਾ ਆਦਰਸ਼ ਸਾਨੂੰ ਦਿੱਤਾ ਜਾ ਰਿਹਾ ਹੈ। ਜੇ ਪਤੀ ਪਤਨੀ ਕੇਵਲ ਇਸ ਇੱਕ ਪੰਕਤੀ ਦੇ ਉੱਤੇ ਹੀ ਅਮਲ ਕਰ ਲੈਣ ਤਾਂ ਪੂਰੀ ਦੁਨੀਆ ਦਾ ਜਿਹੜਾ ਗ੍ਰਸਤੀ ਜੀਵਨ ਹੈ ਉਹ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਸੋਚ ਇੱਕ ਹੋਵੇ, ਅੰਦਰੋਂ ਦਿਲੀ ਪਿਆਰ ਹੋਵੇ, ਜਿਸਮ ਦੋ ਹੋਣ। ਜਦੋਂ ਤੱਕ ਸੋਚ ਇੱਕ ਨਹੀਂ ਉਦੋਂ ਤੱਕ ਨਾ ਤਾਂ ਘਰਾਂ ਵਿੱਚ ਸ਼ਾਂਤੀ ਰਹਿ ਸਕਦੀ ਹੈ ਔਰ ਉਦੋਂ ਤੱਕ ਨਾ ਹੀ ਜੀਵਨ ਦੇ ਅੰਦਰ ਸੁਖ ਆ ਸਕਦਾ ਹੈ ਔਰ ਨਾ ਹੀ ਪਰਸਪਰ ਇਹ ਸੰਬੰਧ ਮਿਠਾਸ ਵਾਲੇ ਹੋ ਸਕਦੇ ਨੇ। ਇਸ ਲਈ ਸੋਚ ਇੱਕ ਹੋਣੀ ਚਾਹੀਦੀ ਹੈ। ਤੇ ਹੁਣ ਉਹ ਸੋਚ ਇੱਕ ਕਿਵੇਂ ਹੋ ਸਕਦੀ ਹੈ, ਉਹਦੇ ਵਾਸਤੇ ਦੇਖੋ ਕਿੰਨਾ ਮਹਾਨ ਗੁਰੂ ਜੀ ਦਾ ਸਾਡੇ ਵਾਸਤੇ ਉਪਦੇਸ਼ ਹੈ ਕਿ ਉਹ ਸਚਿਆਰਾ ਹੋਈ ਹੈ। ਜੇ ਸਚਿਆਰ ਹੋਣ ਨੂੰ ਆਪਣੀ ਸੋਚ ਬਣਾ ਲੈਣ ਦੋਵੇਂ ਕਿ ਅਸੀਂ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ, ਜੇ ਦੋਵਾਂ ਦੀ ਇਹ ਸੋਚ ਹੋ ਜਾਏ ਤੇ ਆਦਰਸ਼ਕ ਪਤੀ ਪਤਨੀ ਨੇ, ਫਿਰ ਉਹਨਾਂ ਦੇ ਜੀਵਨ ਦੇ ਅੰਦਰ ਕੋਈ ਦੁਖਾਂਤ ਨਹੀਂ ਹੈ, ਫਿਰ ਕਦੇ ਵੀ ਇੱਕ ਦੂਜੇ ਤੋਂ ਦੂਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਜੇ ਸੋਚ ਇੱਕ ਨਹੀਂ, ਸਰੀਰ ਕਰਕੇ ਇਕੱਠੇ ਬਹਿਣ ਨਾਲ ਤਾਂ ਕੋਈ ਖਾਸ ਲੰਬਾ ਚੌੜਾ ਫਰਕ ਪੈਣਾ ਨਹੀਂ, ਕਿਉਂਕਿ ਇਕੱਠੇ ਹੋਣ ਤੋਂ ਬਾਅਦ ਵਿਛੜਦੇ ਨੇ। ਕਿਵੇਂ ਤਲਾਕਾਂ ਤੱਕ ਹੋ ਰਹੀਆਂ ਨੇ, ਪਤੀ ਪਤਨੀ ਦੇ ਕਲੇਸ਼ ਨੇ ਹਰ ਘਰ ਦੇ ਵਿੱਚ, ਕੁਝ ਚੰਦ ਲੋਕਾਂ ਨੂੰ ਛੱਡ ਕੇ। ਇਸ ਲਈ ਸਾਨੂੰ ਆਦਰਸ਼ਕ ਪਤੀ ਪਤਨੀ ਦਾ ਨਮੂਨਾ ਦੇ ਰਹੇ ਨੇ। ਔਰ ਇਹ ਗੱਲ ਸਮਝਾ ਕੇ ਗੱਲ ਪਤੀ ਪਤਨੀ ਤੱਕ ਸੀਮਿਤ ਨਹੀਂ ਹੈ, ਗੱਲ ਅੱਗੇ ਹੈ
ਕਿ ਆਪਣੀ ਸੋਚ ਨੂੰ ਪ੍ਰਭੂ ਦੇ ਨਾਲ ਮਿਲਾਣਾ ਹੈ, ਰੱਬ ਦੇ ਨਾਲ ਵੀ ਇੱਕਮਿਕ ਹੋਣਾ ਹੈ। ਸਰੀਰ ਕਰਕੇ ਵੱਖਰੇ ਹੋਵੋ, ਸੋਚ ਕਰਕੇ ਰੱਬ ਵਰਗੇ ਹੋਣਾ ਹੈ। ਸੋਚ ਕਰਕੇ ਗੁਰੂ ਦੇ ਨਾਲ ਆਪਣੇ ਆਪ ਨੂੰ ਮਿਲਾ ਦੇਣਾ ਹੈ। ਗੁਰੂ ਦੀ ਹਜ਼ੂਰੀ ਵਿੱਚ ਕੇਵਲ ਬਹਿਣ ਦੇ ਨਾਲ ਗੱਲ ਨਹੀਂ ਬਣਨੀ, ਸੋਚ ਗੁਰੂ ਵਾਲੀ ਹੋ ਜਾਵੇ, ਸੋਚ ਸਾਡੀ ਗੁਰੂ ਦੇ ਅੰਦਰ ਸਮਾ ਜਾਏ, ਸੋਚ ਸਾਡੀ ਰੱਬ ਦੇ ਅੰਦਰ ਸਮਾ ਜਾਏ, ਸੋਚ ਰੱਬ ਵਰਗੀ ਹੋ ਜਾਏ, ਤਾਂ ਫਿਰ ਅਸੀਂ ਅਸਲੀ ਰੱਬ ਦੇ ਪਿਆਰੇ ਅਖਵਾ ਸਕਦੇ ਹਾਂ। ਗੁਰੂ ਜੀ ਮਿਸਾਲ ਦੇ ਰਹੇ ਨੇ ਕਿ ਜਿਵੇਂ ਅਸਲੀ ਪਤੀ ਪਤਨੀ ਉਹ ਨੇ ਨਾ ਜਿਨ੍ਹਾਂ ਦੀ ਸੋਚ ਇੱਕ ਹੈ, ਜਿਨ੍ਹਾਂ ਦਾ ਦਿਲੀ ਪਿਆਰ ਹੈ, ਵੇਖਣ ਨੂੰ ਸਿਰਫ ਦੋ ਨੇ। ਇਸੇ ਤਰ੍ਹਾਂ ਰੱਬ ਦਾ ਪਿਆਰਾ ਵੀ ਅਸਲੀ ਉਹ ਹੀ ਹੈ ਜਿਹੜਾ ਅੰਦਰੋਂ ਰੱਬ ਵਰਗਾ ਹੀ ਹੈ, ਬਾਹਰੋਂ ਸਰੀਰ ਕਰਕੇ ਹੀ ਵੱਖਰਾ ਹੈ। ਤਾਂ ਕਿੰਨਾ ਉੱਚਾ ਆਦਰਸ਼ ਹੈ ਨਾ ਸਾਡੇ ਵਾਸਤੇ। ਪੌੜੀ ਭੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੇ ਪਿਆਰ। ਭੈ ਦਾ ਮਤਲਬ ਡਰ। ਪ੍ਰਭੂ ਦੇ ਡਰ ਵਿੱਚ ਰਹਿਣ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੋ ਸਕਦੀ। ਤੇ ਅੱਗੇ ਨਾਮ ਦਾ ਮਤਲਬ ਹੈ ਸਿਫਤ ਸਲਾਹ। ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਪਿਆਰ ਨਹੀਂ ਬਣ ਸਕਦਾ। ਸਿਫਤ ਸਲਾਹ ਦਾ ਮਤਲਬ ਰੱਬੀ ਗੁਣ। ਪ੍ਰਭੂ ਦੇ ਡਰ ਵਿੱਚ ਯਾਨੀ ਰੱਬੀ ਹੁਕਮ ਦੇ ਵਿੱਚ ਰਹਿਣ ਤੋਂ ਬਿਨਾਂ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ ਔਰ ਪ੍ਰਭੂ ਦੇ ਗੁਣਾਂ ਦੇ ਅੰਦਰ ਪਿਆਰ ਨਹੀਂ ਪੈ ਸਕਦਾ। ਇਸ ਲਈ ਸਾਡੇ ਕੋਲ ਦੋ ਚੀਜ਼ਾਂ ਆ ਗਈਆਂ, ਰੱਬੀ ਗੁਣਾਂ ਦੇ ਧਾਰਨੀ ਹੋਣਾ ਔਰ ਪ੍ਰਭੂ ਦੀ ਰਜ਼ਾ ਹੁਕਮ ਦੇ ਅੰਦਰ ਤੁਰਨਾ। ਇਹੀ ਰੱਬ ਦੀ ਭਗਤੀ ਹੈ ਜੋ ਅਸੀਂ ਹਰ ਰੋਜ਼ ਇਹ ਚੀਜ਼ਾਂ ਵਿਚਾਰ ਵੀ ਰਹੇ ਹਾਂ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ, ਹੁਕਮ ਰਜ਼ਾਈ ਚੱਲਣਾ ਜਾਂ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈ ਹੈ। ਜੋ ਹੁਕਮ ਨੂੰ ਮੰਨੇਗਾ, ਹੁਕਮ ਵਿੱਚ ਤੁਰੇਗਾ, ਉਹੀ ਰੱਬ ਦੇ ਅੰਦਰ ਲੀਨ ਹੋਏਗਾ। ਤਾਂ ਪ੍ਰਭੂ ਦੇ ਡਰ ਅਦਬ ਤੋਂ ਬਿਨਾਂ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ ਔਰ ਪ੍ਰਭੂ ਦੇ ਗੁਣਾਂ ਦੇ ਨਾਲ ਸਿਫਤ ਸਲਾਹ ਦੇ ਨਾਲ ਪ੍ਰੀਤ ਨਹੀਂ ਪੈ ਸਕਦੀ। ਇਸ ਲਈ ਅਸੀਂ ਰੱਬੀ ਰਜ਼ਾ ਵਿੱਚ ਰਹਿਣਾ ਹੈ ਔਰ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਣੀ ਹੈ। ਇਹੀ ਪ੍ਰਭੂ ਦੀ ਭਗਤੀ ਔਰ ਬੰਦਗੀ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਡਰ, ਇਹ ਅਦਬ, ਹੁਕਮ ਦੀ ਸਮਝ ਕਿਵੇਂ ਆਏਗੀ? ਉਹਦੇ ਵਾਸਤੇ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਕਿ ਹੁਕਮ ਦੀ ਸਮਝ ਆ ਜਾਏ ਕਿ ਅਸੀਂ ਹੁਕਮ ਵਿੱਚ ਰਹਿ ਰਹੇ ਹਾਂ ਜਾਂ ਨਹੀਂ ਰਹਿ ਰਹੇ, ਹੁਕਮ ਹੈ ਕੀ, ਇਹਦੇ ਬਾਰੇ ਪਤਾ ਤਾਂ ਹੋਏ। ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰ ਮਿਲਿਆ ਭਉ ਊਪਜੈ, ਭੈ ਭਾਏ ਰੰਗ ਸਵਾਰ। ਭਾਏ ਦਾ ਮਤਲਬ ਭਾਉ ਦੀ ਰਾਹੀਂ, ਪ੍ਰੇਮ ਕਰਕੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਡਰ ਕਦੋਂ ਪੈਦਾ ਹੁੰਦਾ ਹੈ? ਜਦੋਂ ਗੁਰੂ ਮਿਲਦਾ ਹੈ, ਸਤਿਗੁਰ ਮਿਲਿਆ, ਗੁਰੂ ਦੇ ਮਿਲਣ ਕਰਕੇ ਭਉ ਉਪਜੈ, ਪ੍ਰਭੂ ਦਾ ਡਰ ਪੈਦਾ ਹੁੰਦਾ ਹੈ। ਭੈ ਭਾਏ ਰੰਗ ਸਵਾਰ। ਔਰ ਇਸ ਤਰ੍ਹਾਂ ਪ੍ਰੇਮ ਡਰ ਦੀ ਰਾਹੀਂ, ਪਿਆਰ ਦੀ ਰਾਹੀਂ ਰੰਗ ਸੋਹਣਾ ਚੜ ਜਾਂਦਾ ਹੈ। ਪਿਆਰ ਦਾ ਰੰਗ ਸੋਹਣਾ ਹੋ ਜਾਂਦਾ ਹੈ, ਜੀਵਨ ਸਮਰ ਜਾਂਦਾ ਹੈ। ਤਾਂ ਸਤਿਗੁਰ ਦੇ ਮਿਲਾਪ ਕਰਕੇ ਭਉ ਪੈਦਾ ਹੋਏਗਾ। ਸਾਨੂੰ ਰੱਬ ਦੇ ਹੁਕਮ ਦੀ ਸਮਝ ਗੁਰੂ ਰਾਹੀਂ ਹੋਏਗੀ। ਜਦੋਂ ਅਸੀਂ ਗੁਰੂ ਗਿਆਨ ਰਾਹੀਂ ਆਪਣਾ ਜੀਵਨ ਬਿਤਾਵਾਂਗੇ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹ ਕੇ ਆਪ ਵਿਚਾਰਾਂਗੇ ਤਾਂ ਸਮਝ ਆਏਗੀ। ਰੱਬੀ ਹੁਕਮ ਦੀ, ਰਜ਼ਾ ਦੀ, ਭਾਣੇ ਦੀ, ਡਰ ਵਿੱਚ ਰਹਿਣ ਦੀ ਪ੍ਰੇਰਨਾ ਮਿਲੇਗੀ, ਹੁਕਮ ਵਿੱਚ ਰਹਿਣ ਦੀ ਪ੍ਰੇਰਨਾ ਮਿਲੇਗੀ। ਔਰ ਜਦੋਂ ਅਸੀਂ ਪਾਵਨ ਬਾਣੀ ਪੜਾਂਗੇ ਨਾ, ਫਿਰ ਸਾਨੂੰ ਪਤਾ ਲੱਗੇਗਾ ਕਿ ਅਸੀਂ ਗੁਰੂ ਦੇ ਨਾਲ, ਪ੍ਰਭੂ ਦੇ ਨਾਲ ਜੁੜੇ ਆ ਜਾਂ ਨਹੀਂ ਜੁੜੇ। ਭਗਤ ਕਬੀਰ ਜੀ ਨੇ ਬੜੇ ਪਿਆਰੇ ਬਚਨ ਕੀਤੇ ਨੇ। ਗੁਰ ਲਾਗਾ ਕਬੀਰ, ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ, ਹਰਕ ਸੋਗ ਦਾਜੈ ਨਹੀਂ, ਤਬ ਹਰ ਆਪੇ ਆਪ। ਕਿ ਗੁਰੂ ਦੇ ਨਾਲ ਜੁੜਿਆ ਹੋਇਆ ਤਾਂ ਜਾਣਿਓ, ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ। ਕਿ ਜਦੋਂ ਮੋਹ ਮਿਟ ਜਾਏ, ਸੈਲਫਿਸ਼ਨੈਸ ਖਤਮ ਹੋ ਜਾਏ, ਮੋਹ ਖਤਮ ਹੋ ਜਾਏ, ਤਨ ਦੀ ਤਾਪ, ਕਲੇਸ਼ ਖਤਮ ਹੋ ਜਾਣ, ਹਰਕ ਸੋਗ ਤੋਂ ਬੰਦਾ ਉੱਤੇ ਹੋ ਜਾਏ, ਫਿਰ ਚਾਰ ਚਫੇਰੇ ਪ੍ਰਭੂ ਹੀ ਪ੍ਰਭੂ ਨਜ਼ਰੀ ਪੈਂਦਾ ਹੈ। ਤਾਂ ਸਤਿਗੁਰ ਮਿਲਿਆ, ਗੁਰੂ ਦੇ ਮਿਲਣ ਕਰਕੇ ਭਉ ਉਪਜੈ, ਅੰਦਰ ਭਉ ਪੈਦਾ ਹੋਏਗਾ, ਡਰ ਪੈਦਾ ਹੋਏਗਾ। ਇਸ ਲਈ ਸਾਡਾ ਸਭ ਤੋਂ ਪਹਿਲਾ ਜਿਹੜਾ ਜੀਵਨ ਦਾ ਕਦਮ ਹੈ ਉਹ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ। ਤੇ ਜਦੋਂ ਗੁਰੂ ਗਿਆਨ ਰਾਹੀਂ ਸਾਡੀ ਜ਼ਿੰਦਗੀ ਅੰਦਰ ਰੱਬੀ ਡਰ, ਰੱਬੀ ਪਿਆਰ ਪੈਦਾ ਹੋਏਗਾ, ਰੰਗ ਸਵਾਰ ਦਾ ਮਤਲਬ ਫਿਰ ਸੋਹਣਾ ਰੰਗ ਚੜ੍ਹਦਾ ਹੈ, ਜੀਵਨ ਸੋਹਣਾ ਬਣ ਜਾਂਦਾ ਹੈ, ਮਾਨਸਿਕਤਾ ਸੁਧਰ ਜਾਂਦੀ ਹੈ ਔਰ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ। ਤਨ ਮਨ ਰੱਤਾ ਰੰਗ ਸਿਉ, ਹਉਮੈ ਤ੍ਰਿਸ਼ਨਾ ਮਾਰ।
ਪ੍ਰਭੂ ਦੇ ਡਰ ਅਤੇ ਪਿਆਰ ਦੀ ਸਹਾਇਤਾ ਦੇ ਨਾਲ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਔਰ ਤਨ ਪ੍ਰਭੂ ਦੇ ਪ੍ਰੇਮ ਅੰਦਰ ਰੰਗਿਆ ਜਾਂਦਾ ਹੈ। ਯਾਨੀ ਜਦੋਂ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਲਵਾਂਗੇ, ਗੁਰੂ ਤੋਂ ਗਿਆਨ ਦੀ ਦਾਤ ਪ੍ਰਾਪਤ ਕਰਾਂਗੇ ਔਰ ਅਸੀਂ ਆਪਣੇ ਅੰਦਰੋਂ ਹਉਮੈ ਔਰ ਤ੍ਰਿਸ਼ਨਾ ਨੂੰ ਖਤਮ ਕਰਾਂਗੇ, ਗੁਰਬਾਣੀ ਰਾਹੀਂ ਸਾਨੂੰ ਸਮਝ ਆਏਗੀ ਕਿ ਹਉਮੈ ਔਰ ਤ੍ਰਿਸ਼ਨਾ ਆਮ ਮਨੁੱਖ ਦੇ ਜੀਵਨ ਦੀ ਖੁਆਰੀ ਦਾ ਕਾਰਨ ਹੈ। ਨਿੱਕੀ ਨਿੱਕੀ ਹਉਮੈ ਕਰਕੇ ਦੇਖੋ ਕਿੱਡੇ ਕਿੱਡੇ ਵੱਡੇ ਰਿਸ਼ਤੇ ਅਸੀਂ ਆਪਣੇ ਖਤਮ ਕਰ ਬੈਠੇ ਹਾਂ। ਆਪਣੀ ਥੋੜੀ ਥੋੜੀ ਹਉਮੈ ਕਰਕੇ ਕਿਵੇਂ ਬੰਦਾ ਬੰਦੇ ਤੋਂ ਦੂਰ ਰਹੀ ਜਾਂਦਾ ਹੈ। ਆਪਣੀ ਹਉਮੈ ਦੇ ਕਾਰਨ ਕਿਵੇਂ ਬੰਦਾ ਗੁਰਮਤ ਤੋਂ ਉਲਟ ਕਾਰਜ ਕਰੀ ਜਾਂਦਾ ਹੈ। ਔਰ ਤ੍ਰਿਸ਼ਨਾ ਦੇ ਅਧੀਨ ਹੋ ਕੇ ਬੰਦਾ ਕਿੰਨੇ ਪਾਪ ਕਮਾਉਂਦਾ ਹੈ, ਕਿੰਨੇ ਵਿਕਾਰ ਕਮਾਉਂਦਾ ਹੈ, ਬੇਗਾਨਾ ਹੱਕ ਖਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪ੍ਰਭੂ ਦੇ ਨਾਲ ਪ੍ਰੀਤ ਪੈਂਦੀ ਹੈ ਨਾ, ਪ੍ਰਭੂ ਦਾ ਡਰ ਪੈਦਾ ਹੁੰਦਾ ਹੈ, ਅਦਬ ਪੈਦਾ ਹੁੰਦਾ ਹੈ, ਗੁਰਬਾਣੀ ਦਾ ਗਿਆਨ ਪੈਦਾ ਹੁੰਦਾ ਹੈ, ਗੁਰਬਾਣੀ ਦੇ ਗਿਆਨ ਮੁਤਾਬਕ ਬੰਦਾ ਜ਼ਿੰਦਗੀ ਜੀਂਦਾ ਹੈ, ਤਾਂ ਫਿਰ ਹਉਮੈ ਔਰ ਤ੍ਰਿਸ਼ਨਾ ਨੂੰ ਮਾਰ ਦਿੰਦਾ ਹੈ ਤੇ ਮਨ ਔਰ ਤਨ ਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ। ਤੇ ਦੂਜੀ ਗੱਲ, ਜਿਸ ਤੇ ਮਨ ਔਰ ਤਨ ਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਏ, ਉਹਦੇ ਅੰਦਰੋਂ ਹਉਮੈ ਔਰ ਤ੍ਰਿਸ਼ਨਾ ਮੁੱਕ ਜਾਂਦੀ। ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਭੇਟਿਆ ਦਾ ਮਤਲਬ ਮਿਲਿਆ, ਮੁਰਾਰ ਦਾ ਮਤਲਬ ਮੁਰ ਆਰ, ਮੁਰ ਦੈਂਤ ਦਾ ਵੈਰੀ, ਕ੍ਰਿਸ਼ਨ ਦਾ ਭਾਵ ਅਕਾਲ ਪੁਰਖ। ਇੱਥੇ ਕ੍ਰਿਸ਼ਨ ਭਗਵਾਨ ਦੀ ਗੱਲ ਨਹੀਂ ਹੋ ਰਹੀ ਹੈ, ਕਿਉਂਕਿ ਗੁਰੂ ਸਾਹਿਬ ਨੇ ਇਹਨਾਂ ਸ਼ਬਦਾਂ ਨੂੰ ਪ੍ਰਭੂ ਦੇ ਰੂਪ ਦੇ ਵਿੱਚ ਵਰਤਿਆ ਹੈ, ਅਕਾਲ ਪੁਰਖ ਵਾਸਤੇ ਵਰਤਿਆ ਹੈ। ਔਰ ਇਹ ਇੱਕ ਨੇਮ ਹੈ ਲਿਟਰੇਚਰ ਦੇ ਅੰਦਰ ਕਿ ਜੇ ਕਿਸੇ ਬੰਦੇ ਨੇ ਇੱਕ ਸ਼ਬਦ ਕਿਸੇ ਇੱਕ ਅਰਥ ਵਾਸਤੇ ਵਰਤਿਆ ਹੈ ਤਾਂ ਦੂਜਾ ਇਨਸਾਨ ਉਸ ਸ਼ਬਦ ਨੂੰ ਕਿਸੇ ਹੋਰ ਅਰਥਾਂ ਵਿੱਚ ਵਰਤ ਸਕਦਾ ਹੈ। ਯਾਨੀ ਇੱਕ ਸ਼ਬਦ ਨੂੰ ਕਈ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਹੈ। ਔਰ ਐਸੀਆਂ ਬਹੁਤ ਸਾਰੀਆਂ ਮਿਸਾਲਾਂ ਸਾਨੂੰ ਪਾਵਨ ਬਾਣੀ ਦੇ ਵਿੱਚ ਹੀ ਮਿਲਦੀਆਂ ਨੇ। ਔਰ ਇੱਕ ਸ਼ਬਦ ਦੇ ਕਈ ਅਰਥ ਨੇ, ਕਈ ਅਰਥਾਂ ਦੇ ਵਿੱਚ ਉਹਨੂੰ ਵਰਤਿਆ ਜਾ ਸਕਦਾ ਹੈ। ਇੱਥੇ ਕ੍ਰਿਸ਼ਨ ਔਰ ਮੁਰਾਰ ਦੋਵੇਂ ਸ਼ਬਦ ਪ੍ਰਭੂ ਵਾਸਤੇ ਵਰਤੇ ਗਏ ਨੇ। ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਭੇਟਿਆ ਦਾ ਮਤਲਬ ਮਿਲਿਆ, ਪ੍ਰਭੂ ਨੂੰ ਮਿਲਿਆ ਮਨ ਤੇ ਸਰੀਰ ਪਵਿੱਤਰ ਹੋ ਜਾਂਦੇ, ਸੋਹਣੇ ਹੋ ਜਾਂਦੇ ਨੇ, ਮਾਨਸਿਕਤਾ ਸੁੰਦਰ ਹੋ ਜਾਂਦੀ ਹੈ। ਤੇ ਸਰੀਰ ਸੋਹਣਾ ਹੋਣ ਦਾ ਮਤਲਬ ਜੋ ਸਾਡੇ ਸਰੀਰਕ ਕਰਮ ਨੇ, ਗਿਆਨ ਇੰਦਰੀ, ਸਾਡਾ ਬਿਹੇਵੀਅਰ ਉਹ ਸੋਹਣਾ ਹੋ ਜਾਂਦਾ ਹੈ, ਸਾਡਾ ਨਜ਼ਰੀਆ ਸੋਹਣਾ ਹੋ ਜਾਂਦਾ ਹੈ। ਅਸੀਂ ਹਰ ਔਰਤ ਨੂੰ ਧੀ ਭੈਣ ਦੇ ਨਜ਼ਰ ਦੇ ਨਾਲ ਦੇਖਦੇ ਹਾਂ, ਕੰਨਾਂ ਦੇ ਨਾਲ ਅਸੀਂ ਸੱਚ ਸੁਣਦੇ ਹਾਂ, ਹੱਥਾਂ ਨਾਲ ਫਿਰ ਬੰਦਾ ਚੰਗੇ ਕੰਮ ਕਰਦਾ ਹੈ, ਪੈਰਾਂ ਨਾਲ ਸਿੱਧੇ ਰਾਹਾਂ ਤੇ ਤੁਰ ਕੇ ਜਾਂਦਾ ਹੈ, ਜ਼ਬਾਨ ਦੇ ਨਾਲ ਸੱਚ ਔਰ ਪਿਆਰ ਭਰੇ ਬੋਲ ਬੋਲਦਾ ਹੈ ਔਰ ਮਨ ਕਰਕੇ ਸੋਹਣਾ ਸੋਚਦਾ ਹੈ। ਜਦੋਂ ਪ੍ਰਭੂ ਦੇ ਨਾਲ ਮਿਲ ਜਾਏ, ਇਹ ਉਹਦੀਆਂ ਨਿਸ਼ਾਨੀਆਂ ਨੇ। ਔਰ ਜਿਹੜਾ ਬੰਦਾ ਇਹਨਾਂ ਗੁਣਾਂ ਦਾ ਧਾਰਨੀ ਹੋ ਗਿਆ ਹੈ, ਉਹ ਸਮਝ ਲਓ ਰੱਬ ਦਾ ਰੂਪ ਹੋ ਚੁੱਕਾ ਹੈ। ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ। ਗੁਰੂ ਦਰਸਾਏ ਰਾਹਾਂ ਤੇ ਚੱਲ ਕੇ ਹਉਮੈ ਤ੍ਰਿਸ਼ਨਾ ਨੂੰ ਮਾਰ ਕੇ ਜਦੋਂ ਬੰਦਾ ਰੱਬ ਵਿੱਚ ਅਪੇਤ ਹੁੰਦਾ ਹੈ, ਤਾਂ ਫਿਰ ਇਹਦਾ ਮਨ ਔਰ ਤਨ ਨਿਰਮਲ ਹੋ ਜਾਂਦਾ ਹੈ। ਭਾਵ ਇਹਦੀ ਮਾਨਸਿਕਤਾ ਔਰ ਇਹਦਾ ਜੋ ਬਿਹੇਵੀਅਰ ਹੈ ਉਹ ਮੈਲ ਤੋਂ ਰਹਿਤ ਹੋ ਜਾਂਦਾ ਹੈ। ਭਉ ਭਾਉ ਸਭ ਤਿਸ ਦਾ, ਜੋ ਸੱਚ ਵਰਤੈ ਸੰਸਾਰ। ਸੱਚ ਦਾ ਮਤਲਬ ਸਦਾ ਥਿਰ, ਜੋ ਸਦਾ ਥਿਰ ਪ੍ਰਭੂ ਜਗਤ ਦੇ ਅੰਦਰ ਵਰਤ ਰਿਹਾ ਹੈ। ਵਰਤ ਰਿਹਾ ਦਾ ਮਤਲਬ ਵਿਆਪਕ ਹੈ, ਵਰਤ ਰਿਹਾ ਦਾ ਮਤਲਬ ਵਿਆਪਕ ਹੈ ਜਗਤ ਦੇ ਕਣ ਕਣ ਦੇ ਅੰਦਰ। ਇਹ ਪਾਵਨ ਬਾਣੀ ਵਿੱਚ ਅਸੀਂ ਰੋਜ਼ ਪੜ ਰਹੇ ਹਾਂ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਅਸੀਂ ਰੋਜ਼ ਵਿਚਾਰ ਰਹੇ ਹਾਂ ਇੱਕ ਓੰਕਾਰ ਕੀ ਇੱਕ ਹੀ ਪਸਰਿਆ ਹੋਇਆ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਹਰ ਥਾਂ ਦੇ ਉੱਤੇ ਵਿਆਪਕ ਹੈ। ਇਹ ਡਰ ਤੇ ਪ੍ਰੇਮ ਵੀ ਸਭ ਉਸ ਪ੍ਰਭੂ ਦਾ ਹੀ ਹੈ। ਉਹਦੀ ਰਜ਼ਾ ਦੇ ਵਿੱਚ ਤੁਰਿਆ ਹੀ ਇਹ ਡਰ ਔਰ ਪ੍ਰੇਮ ਵੀ ਮਿਲਦਾ ਹੈ। ਇਹ ਡਰ ਪ੍ਰੇਮ ਸਭ ਕੁਝ ਪ੍ਰਭੂ ਦਾ ਬਖਸ਼ਿਆ ਮਿਲਦਾ ਹੈ, ਉਹਦੀ ਰਜ਼ਾ ਦੇ ਵਿੱਚ ਮਿਲਦਾ ਹੈ, ਜੋ ਆਪ ਹੀ ਸदैवी ਸੱਚ ਹੈ ਔਰ ਜਗਤ ਦੇ ਅੰਦਰ ਵਿਆਪਕ ਹੈ। ਯਾਨੀ ਜੋ ਸदैवी ਸੱਚ ਹੈ, ਜਗਤ ਦੇ ਕਣ ਕਣ ਵਿੱਚ ਵਿਆਪਕ ਹੈ। ਡਰ ਔਰ ਪਿਆਰ ਉਸੇ ਦਾ ਹੀ ਜ਼ਿੰਦਗੀ ਦੇ ਅੰਦਰ ਚਾਹੀਦਾ ਹੈ ਤੇ ਇਹ ਉਸ ਦੀ ਰਜ਼ਾ ਦੇ ਅੰਦਰ ਤੁਰਨ ਦੇ ਨਾਲ ਹੀ ਸਾਨੂੰ ਮਿਲਦਾ ਹੈ। ਸ਼ਲੋਕ ਮਹਿਲਾ ਪਹਿਲਾ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀਏ,
ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾ। ਇਹਨੂੰ ਵਾਹ ਨਹੀਂ ਪੜਨਾ। ਜਦੋਂ ਅਸੀਂ ਵਾਹ ਬੋਲਦੇ ਆ ਨਾ ਤਾਂ ਧਿਆਨ ਨਾਲ ਸੁਣਿਓ, ਵਾਹ ਤਾਂ ਇਹ ਕੰਨਾ ਜਿਹੜਾ ਹੈ ਹਾਹੇ ਨਾਲ ਬੋਲ ਰਿਹਾ ਹੈ, ਵਾਹ। ਇਹਨੂੰ ਬੋਲਣਾ ਹੈ ਵਾਹ। ਵਾਹ ਨੂੰ ਥੋੜਾ ਜਿਹਾ ਲੰਬਾ ਕਰ ਦੋਗੇ, ਹਾ ਨੂੰ ਛੇਤੀ ਵਿੱਚ ਛੱਡ ਦੋਗੇ ਤਾਂ ਵਾਹ ਬੁਲ ਜਾਏਗਾ, ਵਾਹ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀ ਹੈ। ਵਾਹ ਦਾ ਮਤਲਬ ਧੰਨ, ਵੰਡਰਫੁਲ। ਜਦੋਂ ਸਾਨੂੰ ਕੋਈ ਹੈਰਾਨ ਕਰ ਦੇਣ ਵਾਲੀ ਚੀਜ਼ ਮਿਲੇ ਨਾ, ਬੜੀ ਕੀਮਤੀ, ਜਿਹਦੀ ਅਸੀਂ ਸਿਫਤ ਕਰਨੀ ਚਾਹੀਏ, ਪਰ ਉਹਦੀ ਸਿਫਤ ਵਾਸਤੇ ਸਾਡੇ ਕੋਲ ਕੋਈ ਬੋਲ ਨਾ ਹੋਣ, ਤੇ ਫਿਰ ਅਸੀਂ ਕਹਿੰਦੇ ਆ ਵਾਹ। ਸਾਡੇ ਕੋਲ ਵਰਡਿੰਗ ਨਹੀਂ ਹੈ ਕਿ ਕੀ ਬੋਲ ਕੇ ਹੁਣ ਇਹਦੀ ਸਿਫਤ ਕਰੀਏ, ਫਿਰ ਮੂੰਹੋਂ ਨਿਕਲਦਾ ਹੈ ਵਾਹ। ਤਾਂ ਇੱਥੇ ਵਾਹ ਦਾ ਮਤਲਬ ਅਸ਼ਚਰਜ, ਹੈਰਾਨ ਕਰ ਦੇਣ ਵਾਲਾ, ਧੰਨਤਾਯੋਗ, ਜਿਸ ਦੀ ਸਿਫਤ ਨਹੀਂ ਹੋ ਸਕਦੀ। ਵਾਹ ਖਸਮ ਤੂੰ ਵਾਹ, हे ਮਾਲਕ ਪ੍ਰਭੂ ਤੂੰ ਧੰਨ ਹੈ, ਤੂੰ ਧੰਨ ਹੈ। ਜਿਨ ਰਚ ਰਚਨਾ, ਜਿਸਨੇ ਜਗਤ ਰਚਨਾ ਰਚ ਕੇ, ਹਮ ਕੀਏ ਦਾ ਮਤਲਬ ਸਾਨੂੰ ਪੈਦਾ ਕੀਤਾ ਹੈ। ਜਿਨੇ ਜਗਤ ਦੀ ਰਚਨਾ ਰਚੀ ਹੈ, ਇਸ ਰਚਨਾ ਦੇ ਵਿੱਚ ਸਾਨੂੰ ਪੈਦਾ ਕੀਤਾ ਹੈ, ਭਾਵ ਕਿ ਜਿਨੇ ਸਾਰੇ ਸੰਸਾਰ ਨੂੰ ਰਚਿਆ ਹੈ। हे ਰਚਨਹਾਰ ਤੂੰ ਅਸ਼ਚਰਜ ਹੈ, ਤੂੰ ਧੰਨ ਹੈ, ਤੂੰ ਧੰਨ ਹੈ। ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾ। ਵੇਲ ਦਾ ਮਤਲਬ ਵੇਲ ਹਰੀ, ਵਰਸ ਦਾ ਮਤਲਬ ਵਰਖਾ, ਵਰਸ ਦਾ ਮਤਲਬ ਵਰਖਾ, ਵਰਾਹ ਦਾ ਮਤਲਬ ਬੱਦਲ, ਸਾਗਰ ਸਮੁੰਦਰ, ਸਮੁੰਦ ਵੀ ਸਮੁੰਦਰ, ਲਹਿਰ ਦਾ ਮਤਲਬ ਲਹਿਰ। ਸਾਗਰ ਲਹਿਰ ਸਮੁੰਦ ਸਰ, ਸਰ ਦਾ ਮਤਲਬ ਤਲਾਬ, ਸਮੁੰਦਰ, ਸਮੁੰਦਰ ਦੀਆਂ ਲਹਿਰਾਂ। ਪਹਿਲਾਂ ਆ ਗਿਆ ਸਾਗਰ, ਫਿਰ ਲਹਿਰ ਸਮੁੰਦ, ਲਹਿਰ ਸਮੁੰਦ ਦਾ ਮਤਲਬ ਸਮੁੰਦਰ ਦੀਆਂ ਲਹਿਰਾਂ। ਸਰ ਦਾ ਮਤਲਬ ਸਰੋਵਰ, ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ। ਇਹ ਸਾਰੀ ਰਚਨਾ ਰਚਣ ਵਾਲਾ ਤੂੰ ਹੀ, ਸਾਰੀ ਰਚਨਾ ਰਚਣ ਵਾਲਾ ਤੂੰ ਹੀ ਹੈ। ਔਰ ਦੂਜੀ ਗੱਲ ਇਹਦੇ ਚੋਂ ਜੋ ਭਾਵ ਨਿਕਲੇਗਾ, ਸੰਸਾਰ ਰਚਨਾ ਔਰ ਹਰੀ ਰਚਨਹਾਰ ਦਾ ਸੰਬੰਧ ਕਿਵੇਂ ਦਾ ਸਾਡੇ ਨਾਲ। ਸੰਸਾਰ ਰਚਨਹਾਰ ਦਾ ਔਰ ਰਚਨਾ ਦਾ ਸੰਬੰਧ ਕਿਵੇਂ ਹੈ? ਉਹ ਐਵੇਂ ਹੈ ਕਿ ਜਿਵੇਂ ਸਮੁੰਦਰ ਦੀ ਲਹਿਰ ਔਰ ਸਮੁੰਦਰ ਤੇ ਸਰੋਵਰ ਦਾ ਹੈ, ਜਿਵੇਂ ਲਹਿਰਾਂ ਦਾ ਔਰ ਪਾਣੀ ਦਾ ਹੈ। ਹਰੀ ਵੇਲ ਔਰ ਬਾਰਿਸ਼ ਦਾ ਹੈ, ਜੇ ਬਾਰਿਸ਼ ਨਾ ਹੋਏ ਤੇ ਵੇਲਾਂ ਸੁੱਕ ਜਾਣਗੀਆਂ। ਹਰੀ ਵੇਲ ਬਾਰਿਸ਼ ਦੇਣ ਵਾਲੇ ਬੱਦਲ ਦਾ ਹੈ, ਜੋ ਉਹਨੂੰ ਸਿੰਜਦਾ ਹੈ। ਇਹੀ ਸੰਬੰਧ ਰਚਨਾ ਦਾ ਔਰ ਰਚਨਹਾਰ ਦਾ ਹੈ, ਜੋ ਆਪ ਇਹਦੇ ਅੰਦਰ ਵਿਆਪਕ ਹੋ ਕੇ ਇਸ ਨੂੰ ਜੀਵਨ ਦੇ ਰਿਹਾ ਹੈ, ਜਿਸ ਕਰਕੇ ਸਾਰਾ ਜਗਤ ਹੈ। ਜੋ ਅਸੀਂ ਆਮ ਇਹ ਗੱਲ ਵਿਚਾਰਦੇ ਹਾਂ ਕਿ ਉਹ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਆਪ ਖੜੋਵੇਂ ਹੈ, ਆਪ ਕਰ, ਆਪੀ ਨੇ, ਆਪਾ। ਆਪੀ ਦਾ ਮਤਲਬ ਆਪ ਹੀ ਨੇ, ਤੂੰ ਆਪ ਹੀ। ਆਪਾਹ ਦਾ ਮਤਲਬ ਨਿਰਲੇਪ, ਪਾਹ ਤੋਂ ਬਿਨਾ। ਜਿਵੇਂ ਕਈ ਕੱਪੜਿਆਂ ਨੂੰ ਪਾਹ ਚਾੜੀ ਦੀ ਨਾ, ਤੇ ਇੱਥੇ ਆਪਾਹ ਦਾ ਮਤਲਬ ਪਾਹ ਤੋਂ ਬਿਨਾ। ਅਸੀਂ ਦੇਖਦੇ ਹਾਂ ਕਈ ਵਾਰ ਅਸੀਂ ਕਾਟਨ ਦੇ ਕੱਪੜੇ ਲੈਂਦੇ ਆ ਨਾ, ਤੇ ਉਹਨਾਂ ਨੂੰ ਥੋੜਾ ਜਿਹਾ ਇੱਕ ਵਾਰੀ ਧੋ ਲਈਦਾ। ਜਿਵੇਂ ਅਸੀਂ ਦਸਤਾਰਾਂ ਵੀ ਲੈਂਦੇ ਆ ਤਾਂ ਇੱਕ ਵਾਰੀ ਧੋ ਲੈਂਦੇ ਆ ਕਿ ਇਹਦੇ ਵਿੱਚ ਜਿਹੜੀ ਮਾਇਆ ਹੈ, ਜਿਹਨੂੰ ਅਸੀਂ ਮਾਇਆ ਕਹਿ ਦਿੰਦੇ ਆ, ਉਹ ਮਾਇਆ ਵਿੱਚੋਂ ਨਿਕਲ ਜਾਏ, ਪਾਹ ਨਿਕਲ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਤੈਨੂੰ ਮਾਇਆ ਦੀ ਪਾਹ ਨਹੀਂ ਲੱਗੀ ਹੋਈ। ਆਪ ਖੜੋਵੇਂ, ਖੜੋਵੇਂ ਦਾ ਮਤਲਬ ਖਲੋਂਦਾ ਹੈ, ਯਾਨੀ ਵਿਆਪਕ ਹੈ, ਆਪ ਹੀ ਖਲੋਤਾ ਹੈ ਸਾਰਿਆਂ ਦੇ ਵਿੱਚ। ਆਪ ਕਰਦਾ ਮਤਲਬ ਆਪਣੇ ਆਪ ਨੂੰ ਰਚ ਕੇ, ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿੱਚ ਆਪ ਵਿਆਪਕ ਹੈ। ਔਰ ਆਪਾਹ ਦਾ ਮਤਲਬ ਨਿਰਲੇਪ ਹੈ, ਤੇਰੇ ਤੇ ਮਾਇਆ ਦੀ ਕੋਈ ਮੈਲ ਨਹੀਂ ਹੈ। ਰਚਨਾ ਨੂੰ ਰਚ ਕੇ, ਸ੍ਰਿਸ਼ਟੀ ਨੂੰ ਬਣਾ ਕੇ ਆਪ ਇਹਦੇ ਅੰਦਰ ਖਲੋਤਾ ਹੈ, ਸਹਾਰਾ ਦੇ ਰਿਹਾ ਹੈ, ਵਿਆਪਕ ਹੈ, ਲੇਕਿਨ ਨਿਰਲੇਪ ਹੈ। ਤਾਂ ਇਹਦਾ ਮਤਲਬ ਅਸੀਂ ਵੀ ਸੰਸਾਰ ਦੇ ਵਿੱਚ ਰਹਿੰਦੇ ਹਾਂ, ਨਿਰਲੇਪ ਰਹਿਣ ਦੀ ਕੋਸ਼ਿਸ਼ ਕਰਨੀ ਹੈ ਕਿ ਵਿਕਾਰਾਂ ਤੋਂ ਨਿਰਲੇਪ ਰਿਹਾ ਜਾਏ। ਗੁਰਮੁਖ ਸੇਵਾ ਥਾਏ ਪਵੈ, ਉਨਮਨ ਤਤ ਕਮਾ।
ਉਨਮਨ ਜਿਹੜਾ ਹੈ ਨਾ, ਜੋਗੀ ਲੋਕ ਮਨ ਦੀ ਉੱਚੀ ਹਾਲਾਤ ਨੂੰ ਉਨਮਨ ਕਹਿੰਦੇ ਨੇ। ਮਨ ਦੀ ਉੱਚੀ ਹਾਲਾਤ, ਸਹਿਜ ਅਵਸਥਾ ਵਿੱਚ ਹੋ ਕੇ ਤਤ ਸਰੂਪ ਅਭਿਆਇ ਪ੍ਰਭੂ ਦਾ ਰੂਪ ਹੋ ਜਾਣਾ। ਇੱਥੇ ਉਨਮਨ ਦਾ ਮੀਨਿੰਗ ਹੈ ਉਨਮਨ ਵਿੱਚ ਉਤਸ਼ਾਹ ਦੇ ਅੰਦਰ। ਇੱਥੇ ਉਨਮਨ ਦਾ ਮਤਲਬ ਹੈ ਉਤਸ਼ਾਹ। ਗੁਰਮੁਖ ਸੇਵਾ ਥਾਏ ਪਵੇ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਿਆ। ਸੇਵਾ ਥਾਏ ਪਵੇ ਦਾ ਮਤਲਬ ਜਿਹੜੀ ਹੈ ਸੇਵਾ ਕੀਤੀ ਜਾਂ ਜੀਵਨ ਜੀਵਿਆ ਕਬੂਲ ਪੈ ਜਾਂਦਾ ਹੈ। ਉਨਮਨ ਤਤ ਕਮਾ, ਤਤ ਦਾ ਮਤਲਬ ਜੋ ਅਸਲੀਅਤ ਹੈ, ਕਮਾ ਦਾ ਮਤਲਬ ਕਮਾਈ ਕਰਨੀ, ਯਾਨੀ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ। ਉਤਸ਼ਾਹ ਦੇ ਨਾਲ ਤੇਰੀ ਸਿਫਤ ਸਲਾਹ ਕਰਕੇ ਗੁਰਮੁਖਾਂ ਦੀ ਮਿਹਨਤ ਤੇਰੇ ਦਰ ਤੇ ਕਬੂਲ ਪੈ ਜਾਂਦੀ। ਯਾਨੀ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਉਤਸ਼ਾਹ ਦੇ ਨਾਲ ਜੋ ਤੇਰੀ ਸਿਫਤ ਸਲਾਹ ਕੀਤੀ ਜਾਂਦੀ ਹੈ, ਉਹ ਤੇਰੇ ਦਰ ਤੇ ਪ੍ਰਵਾਨ ਚੜ੍ਹਦੀ ਹੈ। ਹੁਣ ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਯਾਨੀ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ, ਆਪ ਹੁਦਰੇਪਨ ਨਾਲ ਨਹੀਂ। ਆਪ ਹੁਦਰੇਪਨ ਦੇ ਨਾਲ ਤੇ ਬਹੁਤ ਲੋਕ ਕਿੰਨੇ ਕਰਮਕਾਂਡ ਕਰੀ ਜਾ ਰਹੇ ਨੇ, ਪਰ ਥਾਂ ਨਹੀਂ ਨਾ ਪੈ ਰਹੇ। ਯੂਨੀਵਰਸਲ ਟਰੂਥ ਨੂੰ ਬੇਸ ਬਣਾ ਕੇ ਕਰਮ ਕੀਤਾ ਜਾਏ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ ਜਾਏ, ਉਤਸ਼ਾਹ ਦੇ ਨਾਲ, ਪਿਆਰ ਦੇ ਨਾਲ, ਤਾਂ ਉਹ ਜਿਹੜਾ ਜੀਵਨ ਹੈ ਉਹ ਘਾਲ ਕਮਾਈ ਰੱਬੀ ਦਰ ਦੇ ਉੱਤੇ ਥਾਂ ਪੈਂਦੀ ਹੈ, ਕਬੂਲ ਹੁੰਦੀ ਹੈ, ਸਫਲ ਹੈ, ਮੁਬਾਰਕ ਹੈ ਉਹ ਜ਼ਿੰਦਗੀ ਜੋ ਉਤਸ਼ਾਹ ਦੇ ਨਾਲ, ਪਿਆਰ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਗੁਰਮਤਿ ਆਸ਼ੇ ਅਨੁਸਾਰ ਕੀਤੀ ਜਾਏ। ਮਸ਼ੱਕਤ ਲਹੋ ਮਜੂਰੀਆਂ, ਮੰਗ ਮੰਗ ਖਸਮ ਦਰਾਂ। ਦਰਾਂ ਦਾ ਮਤਲਬ ਦਰ ਤੋਂ। ਤੇ ਇਹ ਜੋ ਪਹਿਲਾ ਸ਼ਬਦ ਹੈ ਮਸਕਤ, ਇਹਨੂੰ ਮਸਕਤ ਨਹੀਂ ਪੜਨਾ, ਇਹਨੂੰ ਪੜਨਾ ਹੈ ਮਸ਼ੱਕਤ। ਮੁਸ਼ੱਕਤ ਦਾ ਮਤਲਬ ਹੁੰਦਾ ਹੈ ਮੁਸ਼ੱਕਤ, ਮਿਹਨਤ ਕਰਕੇ। ਦਰਾਹ ਦਾ ਮਤਲਬ ਦਰ ਤੋਂ। ਮਜ਼ਦੂਰੀਆਂ ਦਾ ਮਤਲਬ ਮਜ਼ਦੂਰੀ। ਮਸ਼ੱਕਤ ਦਾ ਮਤਲਬ ਘਾਲ ਕਮਾਈ ਕਰਕੇ, ਉਹ ਬੰਦਗੀ ਦੀ ਘਾਲ ਕਰਕੇ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਨ ਦੀ ਘਾਲ ਕੇ ਹੇ ਖਸਮ ਤੇਰੇ ਦਰ ਤੋਂ ਮੰਗ ਮੰਗ ਕੇ ਮਜ਼ਦੂਰੀ ਲੈਂਦੇ ਨੇ। ਜਿਵੇਂ ਕਿਸੇ ਦੇ ਘਰ ਜਾ ਕੇ ਅਸੀਂ ਕੰਮ ਕਰਦੇ ਹਾਂ ਤੇ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਦਿਹਾੜੀ ਦੇ ਪੈਸੇ ਮੰਗੀ ਤੇ ਨਾ ਕਿ ਮੈਨੂੰ ਮਾਇਆ ਚਾਹੀਦੀ ਹੈ। ਤੇ ਜੇ ਕੋਈ ਦਿਹਾੜੀ ਨਾ ਲਾਈ ਹੋਵੇ, ਕਿਸੇ ਦੇ ਘਰ ਕੰਮ ਨਾ ਕੀਤਾ ਹੋਵੇ, ਤੇ ਉਹਦੇ ਘਰੋਂ ਜਾ ਕੇ ਪੈਸੇ ਮੰਗੇ, ਮੈਨੂੰ ਕੰਮ ਕਰਨ ਦੇ ਪੈਸੇ ਦੇ, ਵੀ ਤੁਸੀਂ ਰੰਗ ਰੋਗਨ ਕਰਾਇਆ ਤੇ ਪੈਸੇ ਮੈਨੂੰ ਦੇ। ਤੇ ਉਹ ਕਹੇ ਪੈਸੇ ਤੈਨੂੰ ਕਾਹਦੇ? ਤੇ ਉਹਨੂੰ ਕਵੀਏ ਵੀ ਤੁਸੀਂ ਰੰਗ ਰੋਗਨ ਕਰਾਇਆ ਘਰ ਨੂੰ, ਮਜ਼ਦੂਰਾਂ ਨੇ ਰੰਗ ਰੋਗਨ ਕੀਤਾ। ਤੇ ਅਗਲਾ ਕਹੇਗਾ ਨਾ ਪਾਗਲ ਹੈ, ਰੰਗ ਰੋਗਨ ਜਿਹੜੇ ਕਰ ਗਏ ਨੇ, ਪੈਸੇ ਉਹ ਲੈ ਗਏ ਨੇ, ਪੈਸੇ ਉਹਨਾਂ ਨੂੰ ਦਿਆਂਗੇ, ਤੈਨੂੰ ਕਾਹਦੇ ਦਿਆਂ? ਯਾਨੀ ਮੰਗਣ ਦਾ ਹੱਕਦਾਰ ਉਹ ਹੀ ਹੈ ਨਾ ਜਿਹੜਾ ਕੰਮ ਕਰੇਗਾ, ਤੇ ਜਿਹੜਾ ਕੰਮ ਹੀ ਨਹੀਂ ਕਰ ਰਿਹਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਾਲਕ, ਜੋ ਤੇਰੇ ਪਿਆਰੇ ਨੇ ਉਹ ਘਾਲਣਾ ਘਾਲਦੇ ਨੇ, ਤੇਰੀ ਸਿਫਤ ਸਲਾਹ ਕਰਦੇ ਨੇ, ਤੇਰੀ ਰਜ਼ਾ ਦੇ ਵਿੱਚ ਤੁਰਦੇ ਨੇ, ਤੇ ਤੇਰੇ ਦਰ ਤੋਂ ਮੰਗ ਮੰਗ ਕੇ ਮਜ਼ਦੂਰੀਆਂ ਲੈਂਦੇ ਨੇ, ਭਾਵ ਕਿ ਉਹਨਾਂ ਨੂੰ ਘਾਲ ਕਮਾਈ ਦਾ ਫਲ ਮਿਲਦਾ ਹੈ। ਇਹਦਾ ਜੋ ਭਾਵ ਹੋਏਗਾ ਪੰਕਤੀ ਦਾ, ਕਿ ਜੋ ਘਾਲ ਕਮਾਈ ਕਰਦੇ ਨੇ, ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਂਦੇ ਨੇ, ਉਹਨਾਂ ਨੂੰ ਫਿਰ ਉਹ ਸ਼ੁਭ ਗੁਣਾਂ ਦਾ ਫਲ ਸੁਖ ਰੂਪ ਵਿੱਚ ਮਿਲਦਾ ਹੈ। ਉਹਨਾਂ ਤੇ ਤੇਰੇ ਰਹਿਮਤ ਦੀ ਬਰਸਾਤ ਹੁੰਦੀ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਬਰਸਦੀਆਂ ਨੇ। ਨਾਨਕ, ਇੱਥੇ ਰੁਕ ਜਾਣਾ ਹੈ। ਨਾਨਕ ਪੁਰ ਦਰ ਵੇ ਪਰਵਾਹ, ਤਉ ਦਰ ਊਣਾ ਨਾਹੇ ਕੋ, ਸੱਚਾ ਵੇ ਪਰਵਾਹ। ਪੁਰ ਦਾ ਮਤਲਬ ਭਰਿਆ ਹੋਇਆ, ਜਿਹੜਾ ਪਰਿਪੂਰਨ ਹੈ, ਖਾਲੀ ਨਹੀਂ ਹੈ, ਭਰਿਆ ਹੋਇਆ ਹੈ। ਵੇ ਪਰਵਾਹ ਦਾ ਮਤਲਬ ਬੇਪਰਵਾਹ। ਦਰ ਦਾ ਮਤਲਬ ਦਰ ਤੇ, ਊਣਾ ਦਾ ਮਤਲਬ ਸਖਣਾ। ਨਾਨਕ ਪੁਰ ਦਰ ਵੇ ਪਰਵਾਹ, ਤਉ ਦਰ ਊਣਾ ਨਾਹੇ ਕੋ, ਸੱਚਾ ਵੇ ਪਰਵਾਹ। हे ਨਾਨਕ ਆਖ ਕਿ हे ਵੇ ਪਰਵਾਹ ਪ੍ਰਭੂ, ਤੇਰੇ ਦਰ ਬਰਕਤਾਂ ਦੇ ਨਾਲ ਭਰੇ ਪਏ ਨੇ, ਕੋਈ ਜੀਵ ਤੇਰੇ ਦਰ ਤੋਂ ਆ ਕੇ ਖਾਲੀ ਨਹੀਂ ਗਿਆ। ਤੂੰ ਸਦਾ ਕਾਇਮ ਰਹਿਣ ਵਾਲਾ ਹੈ ਔਰ ਬੇਮੁਹਤਾਜ ਹੈ, ਤੇ ਤੇਰਾ ਜੋ ਦਰ ਹੈ ਬਰਕਤਾਂ ਦੇ ਨਾਲ ਭਰਿਆ ਪਿਆ ਹੈ। ਤੇਰੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ, ਔਰ ਨਾ ਕੋਈ ਖਾਲੀ ਹੈ, ਸਭ ਨੂੰ ਅਨੰਤ ਦਾਤਾਂ ਮਿਲੀਆਂ ਨੇ। ਤੇਰਾ ਦਰ ਬਰਕਤਾਂ ਦੇ ਨਾਲ ਭਰਿਆ ਪਿਆ ਹੈ, ਇੱਥੇ ਕੋਈ ਵੀ ਖਾਲੀ ਨਹੀਂ ਜਾਂਦਾ। ਹੁਣ ਇਹ ਚੀਜ਼ ਸਮਝ ਲੈਣਾ। ਬਾਹਰੀ ਤੌਰ ਤੇ ਵੇਖੋ, ਪਹਿਲਾਂ ਅਸੀਂ ਬਾਹਰੀ ਤੌਰ ਤੇ ਦੇਖਦੇ ਹਾਂ ਕਿ ਇਸ ਦੁਨੀਆ ਦੇ ਅੰਦਰ ਕਿਹੜੀ ਉਹ ਸ਼ੈ ਹੈ
ਜੋ ਬੰਦੇ ਨੂੰ ਜ਼ਿੰਦਗੀ ਜੀਣ ਵਾਸਤੇ ਚਾਹੀਦੀ ਹੋਵੇ ਤੇ ਉਹ ਨਾ ਹੋਵੇ। ਪੌਣ ਹੈ, ਪਾਣੀ ਹੈ, ਬੈਸੰਤਰ ਹੈ, ਹਵਾ ਹੈ, ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਨਦੀਆਂ ਨਾਲੇ ਦਰਿਆ ਨੇ, ਅਨੰਤ ਅਨੰਤ ਇੱਥੇ ਖਾਨਾਂ ਨੇ, ਸੋਨੇ ਦੀਆਂ ਖਾਨਾਂ, ਚਾਂਦੀ ਦੀਆਂ ਖਾਨਾਂ, ਹਜ਼ਾਰਾਂ ਕਿਸਮ ਦੀ ਇੱਥੇ ਵਨਸਪਤੀ ਹੈ, ਫੁੱਲ ਨੇ, ਫਲ ਨੇ। ਕਿਹੜੀ ਸ਼ੈ ਹੈ ਜਿਹੜੀ ਚਾਹੀਦੀ ਹੋਵੇ ਸਾਨੂੰ ਸੁੱਖ ਵਾਸਤੇ ਤੇ ਉਹ ਨਾ ਹੋਵੇ? ਬਾਹਰੀ ਤੌਰ ਤੇ ਕੋਈ ਵੀ ਐਸੀ ਸ਼ੈ ਨਹੀਂ ਜੋ ਬੰਦੇ ਨੂੰ ਜ਼ਿੰਦਗੀ ਜੀਣ ਲਈ ਚਾਹੀਦੀ ਹੋਵੇ ਤੇ ਨਾ ਹੋਵੇ, ਔਰ ਬਹੁਤ ਬਹੁਤ ਹੈ। ਦੂਜੀ ਗੱਲ, ਮਾਨਸਿਕ ਖੁਸ਼ੀ ਵਾਸਤੇ ਉਹ ਕਿਹੜੀ ਸ਼ੈ ਹੈ ਜਿਹੜੀ ਮਾਨਸਿਕ ਖੁਸ਼ੀ ਵਾਸਤੇ, ਇਨਸਾਨੀਅਤ ਵਾਸਤੇ ਚਾਹੀਦੀ ਹੋਏ ਔਰ ਬੰਦੇ ਦੇ ਅੰਦਰ ਨਾ ਹੋਵੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਇਨਸਾਨੀਅਤ ਆਦਿਕ ਸ਼ੁਭ ਗੁਣ ਬੰਦੇ ਦੇ ਅੰਦਰ ਭਰੇ ਪਏ ਨੇ ਨਾ। ਇਹਨਾਂ ਨਾਲ ਹੀ ਖੁਸ਼ੀ ਮਿਲਣੀ ਹੈ। ਤੇ ਦੁਨੀਆ ਦਾ ਇੱਕ ਵੀ ਇਨਸਾਨ ਹੈ ਕਿ ਜਿਹਦੇ ਅੰਦਰ ਇਹ ਗੁਣ ਨਾ ਹੋਣ? ਸਾਰਿਆਂ ਦੇ ਅੰਦਰ ਮੌਜੂਦ ਨੇ, ਗੱਲ ਵੱਖਰੀ ਹੈ ਵੀ ਕੋਈ ਯੂਜ਼ ਨਾ ਕਰੇ। ਤੀਜੀ ਗੱਲ, ਉਹ ਕਿਹੜੀ ਪੋਸਿਬਿਲਿਟੀ ਹੈ, ਸੰਭਾਵਨਾ, ਕਿ ਜੋ ਬੰਦਾ ਚਾਹੇ ਤੇ ਇਹਦੇ ਅੰਦਰ ਨਾ ਹੋਵੇ? ਕਿਹੜੀ ਸੰਭਾਵਨਾ ਹੈ? ਕਿ ਐਸਾ ਨਹੀਂ ਕਿ ਰੱਬ ਵਰਗਾ ਬੰਦਾ ਹੋ ਸਕਦਾ ਹੈ, ਹਰ ਬੰਦਾ ਨਹੀਂ ਹੋ ਸਕਦਾ? ਹੋ ਸਕਦਾ ਹੈ। ਹਰ ਇੱਕ ਦੇ ਅੰਦਰ ਸਫਲਤਾ ਦੀ ਸੰਭਾਵਨਾ ਹੈ, ਹਰ ਇੱਕ ਦੇ ਅੰਦਰ ਚੰਗੇ ਇਨਸਾਨ ਬਣਨ ਦੀ ਸੰਭਾਵਨਾ ਹੈ। ਤਾਂ ਰੱਬ ਦਾ ਦਰ ਤਾਂ ਬਰਕਤਾਂ ਦੇ ਨਾਲ ਭਰਿਆ ਪਿਆ, ਤੇ ਉਹਦਾ ਦਰ ਇਹ ਨਹੀਂ ਕਿ ਇਸ ਦੁਨੀਆ ਤੋਂ ਵੱਖਰਾ ਕੋਈ ਸੱਚਖੰਡ ਵੱਖਰਾ ਹੈ, ਜਾਂ ਜੰਨਤ ਵੱਖਰੀ, ਜਾਂ ਕਿਤੇ ਸਵਰਗ ਵੱਖਰੇ ਦੇ ਵਿੱਚ ਬੈਠਾ ਹੈ ਨਾ। ਜਗਤ ਦੇ ਅੰਦਰ ਵਿਆਪਕ ਹੈ, ਹਰ ਥਾਂ ਤੇ, ਹਰ ਇਨਸਾਨ ਦੇ ਅੰਦਰ ਵਿਆਪਕ ਹੈ। ਹੁਣ ਉਹਦੇ ਦਰ ਤੋਂ ਜੋ ਵੀ ਲੈਣਾ ਚਾਹੋ ਲੈ ਲਓ, ਤੁਹਾਡੀ ਮਰਜ਼ੀ ਹੈ, ਮੇਰੀ ਮਰਜ਼ੀ। ਤੇ ਜੇ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਰੱਬੀ ਹੁਕਮ ਦੇ ਵਿੱਚ ਕੋਈ ਨਾ ਤੁਰੇ ਜਾਂ ਉਹਨਾਂ ਚੀਜ਼ਾਂ ਨੂੰ ਨਾ ਮਾਣੇ, ਤਾਂ ਫਿਰ ਇਹ ਉਸ ਮਨੁੱਖ ਦੀ ਆਪਣੀ ਪ੍ਰੋਬਲਮ ਹੈ, ਰੱਬ ਦੀ ਪ੍ਰੋਬਲਮ ਨਹੀਂ, ਕੁਦਰਤ ਦੀ ਪ੍ਰੋਬਲਮ ਨਹੀਂ ਹੈ। ਇਸ ਦੁਨੀਆ ਵਿੱਚ ਕੋਈ ਘਾਟਾ ਨਹੀਂ ਹੈ। ਜੇ ਅਸੀਂ ਸੀਮਾਵਾਂ ਦੇ ਝਗੜੇ ਪੈਦਾ ਕੀਤੇ ਨੇ ਤੇ ਉਹ ਖੁਦ ਬੰਦੇ ਨੇ ਕੀਤੇ ਨੇ, ਰੱਬ ਨੇ ਸੀਮਾਵਾਂ ਨਹੀਂ ਬਣਾਈਆਂ। ਦੇਸ਼ਾਂ ਦੀਆਂ ਵੰਡੀਆਂ ਰੱਬ ਨੇ ਨਹੀਂ ਪਾਈਆਂ। ਰੱਬ ਨਹੀਂ ਸਾਨੂੰ ਕਹਿ ਰਿਹਾ ਵੀ ਤੁਸੀਂ ਇੱਕ ਦੂਜੇ ਵਾਸਤੇ ਐਟਮ ਬੰਬ ਬਣਾਓ, ਤੇ ਧਰਤੀ ਬਣਾਤੀ, ਬਣ ਗਈ ਧਰਤੀ, ਬਸ ਇੱਕ ਹੈ ਧਰਤੀ ਤਾਂ ਇੱਕ। ਰੱਬ ਨੇ ਬੰਦੇ ਬਣਾਏ ਨੇ। ਆ ਜਿਹੜੇ ਅੱਗੋਂ ਜਾਤਾਂ ਪਾਤਾਂ ਦੇ ਝਗੜੇ ਨੇ ਤੇ ਬੰਦੇ ਨੇ ਖੁਦ ਪੈਦਾ ਕੀਤੇ ਨੇ, ਰੱਬ ਨੇ ਥੋੜੀ ਬਣਾਏ ਨੇ ਕਿ ਤੁਸੀਂ ਨੀਵੀਂ ਜਾਤ ਤੇ ਉੱਚੀ ਜਾਤ ਤੇ। ਇੱਥੇ ਤਾਂ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਰੱਬ ਦਾ ਧਰਮ ਤੇ ਇੱਕ ਹੈ, ਸੱਚਾ ਧਰਮ, ਏਕੋ ਧਰਮ ਦ੍ਰਿੜੈ ਸੱਚ ਕੋਈ। ਅੱਗੋਂ ਤੇ ਵਖੇਵੇਂ ਸਾਡੇ ਆਪਣੇ ਨੇ। ਰੱਬ ਦੇ ਦਰ ਤੇ ਕੁਝ ਵੀ ਘੱਟ ਨਹੀਂ, ਇੱਥੇ ਕੋਈ ਵੀ ਖਾਲੀ ਨਹੀਂ ਹੈ, ਹਰ ਇੱਕ ਭਰਿਆ ਪਿਆ ਹੈ। ਪਰ ਜੇ ਭਰਿਆ ਪਿਆ ਵੀ ਵਰਤੇ ਹੀ ਨਾ ਰੱਬ ਦੇ ਦਰ ਤੋਂ, ਕੋਈ ਚੀਜ਼ ਵਰਤੇ ਹੀ ਨਾ, ਤਾਂ ਇਸ ਬੰਦੇ ਦੀ ਆਪਣੀ ਪ੍ਰੋਬਲਮ ਹੈ। ਮਿਸਾਲ ਵਜੋਂ ਜੇ ਮੈਂ ਆਮ ਮਿਸਾਲ ਇਹ ਲੈਂਦਾ ਹੁੰਨਾ ਕਿ ਅਸੀਂ ਗੁਰਦੁਆਰਾ ਸਾਹਿਬ ਆਏ, ਗੁਰਦੁਆਰਾ ਸਾਹਿਬ ਗੁਰਬਾਣੀ ਦਾ ਪਾਠ ਸੁਣਿਆ, ਕੀਰਤਨ ਸੁਣਿਆ, ਕਥਾ ਵਿਚਾਰ ਸੁਣੀ, ਅਰਦਾਸ ਹੋਈ, ਹੁਕਮਨਾਮਾ ਸੁਣਿਆ, ਤੇ ਨਾਲ ਬਾਅਦ ਵਿੱਚ ਅਨਾਉਂਸ ਕੀਤੀ ਗਈ ਪ੍ਰਬੰਧਕਾਂ ਵੱਲੋਂ ਕਿ ਸਾਧ ਸੰਗਤ ਜੀ ਗੁਰੂ ਕਾ ਲੰਗਰ ਤਿਆਰ ਹੈ, ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਕਿੰਨੇ ਸੋਹਣੇ ਲਫ਼ਜ਼ਾਂ ਦੇ ਨਾਲ ਕਿਹਾ ਵੀ ਕਿਰਪਾਲਤਾ ਕਰਨੀ, ਛਕ ਕੇ ਜਾਣ। ਤੇ ਗੁਰਦੁਆਰਾ ਸਾਹਿਬ ਕੜਾਹ ਪ੍ਰਸ਼ਾਦ ਵੀ ਤਿਆਰ ਹੈ, ਥੱਲੇ ਲੰਗਰ ਵਿੱਚ ਵੀ ਕੜਾਹ ਬਣਿਆ ਹੈ, ਖੀਰ ਬਣੀ ਹੈ, ਦਹੀਂ ਹੈ, ਸਬਜ਼ੀ ਹੈ, ਦਾਲ ਹੈ, ਪਨੀਰ ਹੈ, ਕੋਕ ਵਗੈਰਾ ਪਿਆ ਹੈ। ਇਹਨਾਂ ਦੇਸ਼ਾਂ ਵਿੱਚ ਕਿੰਨਾ ਸਾਰਾ ਪਿਆ ਹੁੰਦਾ ਨਾ, ਸਾਰਾ ਕੁਝ ਫਰੂਟ ਪਿਆ ਹੈ। ਤੇ ਜੇ ਫਿਰ ਵੀ ਬੰਦਾ ਲੰਗਰ ਜਾ ਕੇ ਛਕੇ ਹੀ ਨਾ ਤੇ ਭੁੱਖਾ ਚਲਾ ਜਾਏ, ਉਹਦੇ ਵਿੱਚ ਹੁਣ ਕਮੀ ਕਿਹਦੀ ਹੈ? ਛਕਣਾ ਤੇ ਪਏਗਾ ਨਾ। ਸਾਰਾ ਕੁਝ ਹੁੰਦਾ ਵੀ ਬੰਦਾ ਭੁੱਖਾ ਰਹਿ ਸਕਦਾ ਹੈ। ਭਗਤ ਕਬੀਰ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਕਬੀਰ ਪਾਲ ਸਮੂਹਾਂ ਸਰਵਰ ਭਰਾ ਪੀ ਨਾ ਸਕੇ ਕੋਈ ਨੀਰ। ਕਿ ਸਰੋਵਰ ਭਰਿਆ ਹੋਵੇ ਪਾਣੀ ਦਾ ਲਬਾ ਲਬ, ਔਰ ਕੋਈ ਸਰੋਵਰ ਦੇ ਕਿਨਾਰੇ ਤੇ ਪਿਆਸਾ ਮਰ ਜਾਏ ਤੇ ਪਾਣੀ ਨਾ ਪੀਵੇ, ਭੁੱਖ ਭਰ ਕੇ ਪਾਣੀ ਨਾ ਪੀਵੇ, ਤਾਂ ਇਹ ਪ੍ਰੋਬਲਮ ਸਰੋਵਰ ਦੀ ਨਹੀਂ ਨਾ, ਪ੍ਰੋਬਲਮ ਪਾਣੀ ਦੀ ਨਹੀਂ ਕਿ ਪਾਣੀ ਪਿਆਸ ਨਹੀਂ ਬੁਝਾਈ, ਪ੍ਰੋਬਲਮ ਉਸ ਬੰਦੇ ਦੀ ਜਿਸਨੇ ਪਾਣੀ ਪੀਤਾ ਨਹੀਂ। ਤਾਂ ਰੱਬ ਦੇ ਦਰ ਦੇ ਉੱਤੇ ਕੁਝ ਵੀ ਊਣਾ ਨਹੀਂ ਹੈ, ਕੁਝ ਵੀ ਘੱਟ ਨਹੀਂ ਹੈ, ਬੇਪਰਵਾਹ ਹੈ, ਇੱਥੇ ਸਭ ਕੁਝ ਪਰਿਪੂਰਨ ਹੈ। हे ਨਾਨਕ ਆਖ ਕੇ हे ਬੇਪਰਵਾਹ ਪ੍ਰਭੂ, ਤੇਰਾ ਦਰ ਬਰਕਤਾਂ ਦੇ ਨਾਲ ਭਰਿਆ ਪਿਆ ਹੈ। ਕੋਈ ਤੇਰੇ ਦਰ ਤੇ ਸ਼ਰਨ ਵਿੱਚ ਆਣ ਕੇ ਕੋਈ ਜੀਵ ਖਾਲੀ ਨਹੀਂ ਜਾਂਦਾ, ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਲੋੜ ਤਾਂ ਰੱਬੀ ਸ਼ਰਨ ਵਿੱਚ ਆਉਣ ਦੀ ਹੈ, ਲੋੜ ਤਾਂ ਰੱਬੀ ਰਜ਼ਾ ਵਿੱਚ ਤੁਰਨ ਦੀ ਹੈ।
ਲੋੜ ਤਾਂ ਇਹਨਾਂ ਗੱਲਾਂ ਨੂੰ, ਗੁਣਾਂ ਨੂੰ ਯੂਜ਼ ਕਰਨ ਦੀ। ਮਹਿਲਾ ਪਹਿਲਾ, ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ। ਜੁੜਨ ਦਾ ਮਤਲਬ ਜੁੜੇ ਹੋਏ। ਉੱਜਲ ਦਾ ਮਤਲਬ ਚਿੱਟੇ, ਸਾਫ਼। ਮੋਤੀ ਦਾ ਮਤਲਬ ਮੋਤੀਆਂ ਵਰਗੇ ਦੰਦ। ਰਤਨ ਦਾ ਮਤਲਬ ਅੱਖਾਂ। ਜੋ ਸਾਡੇ ਸਰੀਰ ਨੇ ਨਾ, ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ। ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਦੇ ਨਾਲ ਸ਼ੋਭ ਰਹੇ ਨੇ। ਬੜੇ ਸੋਹਣੇ ਦਾ ਮੋਤੀ ਜੜੇ ਨੇ ਨਾ ਸਰੀਰ ਵਿੱਚ, ਕਿੰਨੀਆਂ ਸੋਹਣੀਆਂ ਅੱਖਾਂ, ਕਿੰਨੇ ਸੋਹਣੇ ਦੰਦ, ਸਾਫ਼ ਚਿੱਟੇ। ਕਹਿੰਦੇ ਫਲਾਂ ਦੇ ਬੰਦੇ ਦੇ ਅਨਾਰਾਂ ਦੇ ਬੀਜਾਂ ਵਰਗੇ ਦੰਦ ਨੇ, ਹੀਰਿਆਂ ਵਰਗੇ ਦੰਦ ਨੇ, ਲੋਕੀ ਸਿਫਤ ਕਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾ ਅੱਖਾਂ ਦੇ ਨਾਲ ਸ਼ੋਭ ਰਹੇ ਨੇ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ। ਬੁੱਢੇ ਦਾ ਮਤਲਬ ਬੁਢੇਪਾ, ਜਰ ਦਾ ਮਤਲਬ ਬੁਢੇਪਾ, ਥੀਏ ਦਾ ਮਤਲਬ ਹੋ ਕੇ, ਤਿੰਨ ਦਾ ਮਤਲਬ ਉਹਨਾਂ ਸ਼ਰੀਰਾਂ ਦਾ। ਤਾਂ ਗੁਰੂ ਜੀ ਕਹਿੰਦੇ ਨੇ ਹੇ ਨਾਨਕ, ਬੁਢੇਪਾ ਇਹਨਾਂ ਦਾ ਵੈਰੀ ਹੈ। ਕਿਉਂਕਿ ਜਦੋਂ ਇਹ ਬੁੱਢਾ ਹੋ ਜਾਂਦਾ ਨਾ ਸਰੀਰ, ਉਦੋਂ ਇਹ ਦੰਦ ਤੇ ਅੱਖਾਂ ਵੀ ਖਤਮ ਹੋ ਜਾਂਦੀਆਂ। ਬੁਢੇਪਾ ਇਹਨਾਂ ਦਾ ਵੈਰੀ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਹੜਾ ਸਰੀਰ ਤੁਹਾਡਾ ਬੜਾ ਸੋਹਣਾ ਹੈ, ਦੰਦ ਸ਼ੋਭ ਰਹੇ ਨੇ, ਅੱਖਾਂ ਸ਼ੋਭ ਰਹੀਆਂ ਨੇ, ਲੇਕਿਨ ਬੁਢੇਪਾ ਆਉਣ ਦੇ ਨਾਲ ਇਹ ਦੰਦ, ਇਹ ਅੱਖਾਂ, ਯਾਨੀ ਇਹ ਸੁੰਦਰਤਾ ਜਿਹੜੀ ਹੈ ਨਾ, ਉਹ ਨਹੀਂ ਰਹਿ ਜਾਂਦੀ। ਇਹ ਸੁੰਦਰਤਾ ਨਹੀਂ ਰਹਿ ਜਾਂਦੀ, ਇਹਨੇ ਇੱਕ ਦਿਨ ਖਤਮ ਹੋ ਜਾਣਾ। ਤਾਂ ਇੱਥੇ ਨਿਰਾਸ਼ਾਵਾਦ ਨਹੀਂ ਪੈਦਾ ਕੀਤੀ ਜਾ ਰਹੀ। ਇੱਥੇ ਸਮਝਾਇਆ ਇਹ ਜਾ ਰਿਹਾ ਕਿ ਭਲਿਆ ਸਰੀਰ ਤੇ ਬੁਢੇਪਾ ਆ ਜਾਣਾ ਹੈ, ਬੜਾ ਸੁੰਦਰ ਸਰੀਰ ਹੈ, ਤਾਂ ਇਹਨੂੰ ਐਵੇਂ ਨਾ ਰੋਲ। ਇਸ ਸੁੰਦਰਤਾ ਦੇ ਉੱਤੇ ਮਾਣ ਨਾ ਕਰ। ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ ਨਾ, ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉ ਕਾਂਚੁਰੀ ਭੁਯੰਗ। ਕਾਂਚੁਰੀ ਦਾ ਮਤਲਬ ਕੁੰਜ, ਭੁਯੰਗ ਦਾ ਮਤਲਬ ਸੱਪ। ਜਿਵੇਂ ਸੱਪ ਕੁੰਜ ਦੇ ਵਿੱਚੋਂ ਨਿਕਲ ਕੇ ਚਲਾ ਜਾਂਦਾ ਤੇ ਕੁੰਜ ਪਈ ਰਹਿ ਜਾਂਦੀ ਹੈ, ਐਵੇਂ ਤੇਰੇ ਸਰੀਰ ਨੇ ਇੱਕ ਦਿਨ ਇੱਥੇ ਹੀ ਪੈ ਰਹਿ ਜਾਣਾ ਹੈ। ਤਾਂ ਆਪਣੀ ਸੁੰਦਰਤਾ ਦੇ ਉੱਤੇ ਮਾਣ ਨਾ ਕਰ, ਹੰਕਾਰ ਨਾ ਕਰ, ਹੰਕਾਰ ਦੇ ਵਿੱਚ ਜ਼ਿੰਦਗੀ ਵਿਅਰਥ ਨਾ ਗਵਾ। ਬੁਢੇਪਾ ਵੈਰੀ ਹੈ, ਬੁਢੇਪੇ ਨੇ ਆ ਜਾਣਾ ਹੈ। ਇਹ ਤਾਂ ਹੋਈ ਸਰੀਰਕ ਗੱਲ। ਬੁਢੇਪੇ ਨੇ ਆਉਣਾ ਹੀ ਆਉਣਾ ਹੈ, ਉਹਨੂੰ ਮੈਨੇਜ ਕਰਨਾ ਸਿੱਖਣਾ ਚਾਹੀਦਾ ਹੈ। ਜੋ ਬੰਦਾ ਜ਼ਿੰਦਗੀ ਦੇ ਅੰਦਰ ਚੰਗੇ ਗੁਣਾਂ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਬੁਢੇਪੇ ਦੇ ਅੰਦਰ ਆਣ ਕੇ ਵੀ ਉਹਦਾ ਠੀਕ ਠਾਕ ਰਹਿੰਦਾ ਹੈ ਸਾਰਾ ਕੁਝ। ਮਤਲਬ ਕਿ ਉਹਦੇ ਅੰਦਰ ਪਰੇਸ਼ਾਨੀਆਂ ਨਹੀਂ ਹੁੰਦੀਆਂ। ਇਹ ਇੱਕ ਵੱਖਰੀ ਗੱਲ ਹੈ, ਫਿਰ ਕਦੇ ਇਹਦੇ ਤੇ ਗੱਲ ਕਰਾਂਗੇ। ਇਹ ਸਰੀਰਕ ਬੁਢੇਪੇ ਨੂੰ ਅਸੀਂ ਰੋਕ ਨਹੀਂ ਸਕਦੇ, ਇਹਨੇ ਸਿਸਟਮ ਦੇ ਵਿੱਚ ਆਣਾ ਹੀ ਆਣਾ ਹੈ। ਲੇਕਿਨ ਇੱਕ ਬੁਢੇਪਾ ਹੋਰ ਹੈ, ਉਸ ਬੁਢੇਪੇ ਨੂੰ ਅਸੀਂ ਰੋਕ ਸਕਦੇ ਹਾਂ। ਉਹ ਅਸੀਂ ਹਮੇਸ਼ਾ ਜਵਾਨ ਰਹਿ ਸਕਦੇ ਹਾਂ। ਜੋ ਗੁਰੂ ਜੀ ਨੇ ਕਿਹਾ ਹੈ, ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਜਦੋਂ ਬੁਢੇਪਾ ਆ ਜਾਂਦਾ ਨਾ, ਤੇ ਬੁਢੇਪੇ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਦਿਸਣਾ ਥੋੜਾ ਘੱਟ ਹੋ ਜਾਂਦਾ। ਹੁਣ ਕਰੀਬ ਕਲਾਸ ਵਿੱਚ ਸਾਨੂੰ ਸਾਰਿਆਂ ਨੂੰ ਚਸ਼ਮੇ ਲੱਗੇ ਹੀ ਹੋਏ ਨੇ ਨਾ, ਨਜ਼ਰ ਦੀ ਪ੍ਰੋਬਲਮ ਆ ਰਹੀ ਹੈ, ਅੱਗੋਂ ਹੋਰ ਆਉਣੀ। ਬੁਢੇਪੇ ਵਿੱਚ ਨਾ ਕੰਨਾਂ ਦੇ ਵਿੱਚੋਂ ਸੁਣਨਾ ਘੱਟ ਹੋ ਜਾਂਦਾ ਹੈ। ਜ਼ਬਾਨ ਦੇ ਨਾਲ ਨਾ ਜਦੋਂ ਜ਼ਿਆਦਾ ਬੁੱਢਾ ਬੰਦਾ ਹੋ ਜਾਏ, ਫਿਰ ਬੋਲਣਾ, ਆਵਾਜ਼ ਸਾਫ਼ ਨਹੀਂ ਨਿਕਲਦੀ, ਕਹਿੰਦਾ ਕੁਛ ਹੋਰ ਹੈ, ਸਮਝ ਕੁਛ ਹੋਰ ਆਉਂਦਾ। ਪੈਰਾਂ ਨਾਲ ਤੁਰਿਆ ਨਹੀਂ ਜਾਂਦਾ, ਹੱਥਾਂ ਨਾਲ ਕੁਛ ਕੀਤਾ ਨਹੀਂ ਜਾਂਦਾ। ਇਹ ਬੁਢੇਪੇ ਦੀਆਂ ਨਿਸ਼ਾਨੀਆਂ ਨੇ। ਤਾਂ ਇੱਕ ਆਤਮਿਕ ਬੁਢੇਪਾ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਤੇ ਜਦੋਂ ਅਸੀਂ ਇੱਕ ਦੂਜੇ ਦੇ ਅੰਦਰ ਰੱਬ ਦੀ ਜੋਤ ਨਹੀਂ ਵਹਿੰਦੇ, ਸਾਨੂੰ ਆਤਮਿਕ ਬੁਢੇਪਾ ਆ ਗਿਆ ਨਾ ਸਾਡੇ ਤੇ, ਮੈਨੂੰ ਤੁਹਾਡੇ ਵਿੱਚ ਜੋਤ ਨਹੀਂ ਦਿਸ ਰਹੀ, ਜਾਤਾਂ ਦਿਸ ਰਹੀਆਂ ਨੇ, ਤਾਂ ਆਤਮਿਕ ਬੁਢੇਪਾ ਆ ਗਿਆ। ਅੱਖਾਂ ਤੇ ਆਤਮਿਕ 30-35 ਸਾਲ ਦੀਆਂ ਅੱਖਾਂ ਵਿੱਚ ਵੀ ਆ ਜਾਂਦਾ ਹੈ, 18-20 ਸਾਲ ਦੀਆਂ ਅੱਖਾਂ ਵਿੱਚ ਵੀ ਆ ਜਾਂਦਾ ਹੈ। ਬਚਪਨ ਤੋਂ ਬਾਅਦ ਸਿੱਧਾ ਬੰਦਾ ਬੁੱਢਾ ਹੀ ਹੋ ਜਾਂਦਾ ਹੈ। ਬਹੁਤੇ ਲੋਕ ਬਚਪਨ ਤੋਂ ਬਾਅਦ ਸਿੱਧੇ ਬੁੱਢੇ ਹੀ ਹੋ ਜਾਂਦੇ ਨੇ, ਉਹਨਾਂ ਤੇ ਜਵਾਨੀ ਆਉਂਦੀ ਹੀ, ਅੱਖਾਂ ਨਾਲ ਜੋਤ ਦਿਸਦੀ ਹੀ ਨਹੀਂ, ਸਿੱਧੇ ਹੀ ਬੁੱਢੇ ਹੋ ਗਏ। 20-20, 25-25 ਸਾਲ ਦੇ ਬੁੱਢੇ, 30-30 ਸਾਲ ਦੇ ਬੁੱਢੇ। ਕੰਨਾਂ ਦੇ ਨਾਲ ਸੁਣਦਾ ਨਹੀਂ ਨਾ ਬੁਢੇਪੇ ਵਿੱਚ, ਤੇ ਸਾਨੂੰ ਸੱਚ ਸੁਣਨ ਲੱਗਿਆ ਤਕਲੀਫ ਹੁੰਦੀ ਹੈ। ਬਹੁਤ ਸਾਰੇ ਲੋਕ ਐਸੇ ਨੇ ਜੋ ਸੱਚ ਨਹੀਂ ਸੁਣਨਾ ਚਾਹੁੰਦੇ। ਤਾਂ ਕੰਨਾਂ ਵਿੱਚ ਬੁਢੇਪਾ ਆ ਗਿਆ, ਬੁਢੇਪੇ ਵਿੱਚ ਬੋਲਿਆ ਨਹੀਂ ਜਾਂਦਾ ਨਾ,
ਤਾਂ ਬੰਦਾ ਪਿਆਰੇ ਬੋਲ ਨਹੀਂ ਬੋਲ ਪਾਉਂਦਾ, ਸੱਚ ਦੇ ਬੋਲ ਨਹੀਂ ਬੋਲ ਰਿਹਾ, ਤਾਂ ਜਵਾਨੀ ਵਿੱਚ ਬੁਢੇਪਾ ਹੀ ਆ ਗਿਆ। ਹੱਥਾਂ ਨਾਲ ਕੁਝ ਕੀਤਾ ਨਹੀਂ ਜਾਂਦਾ ਬੁਢੇਪੇ ਵਿੱਚ। ਤੇ ਜੇ ਬੰਦਾ ਕਿਸੇ ਦੀ ਜਵਾਨੀ ਵਿੱਚ ਹੈਲਪ ਨਹੀਂ ਕਰ ਰਿਹਾ, ਚੰਗੇ ਕੰਮ ਨਹੀਂ ਕਰ ਰਿਹਾ, ਮਾੜੇ ਕੰਮ ਕਰਦਾ, ਇਹਦਾ ਮਤਲਬ ਹੱਥਾਂ ਵਿੱਚ ਤੇ ਆਤਮਿਕ ਬੁਢੇਪਾ ਆ ਹੀ ਗਿਆ। ਸ਼ਰਾਬ ਦਾ ਠੇਕਾ 50 ਕਿਲੋਮੀਟਰ ਦੂਰ ਹੈ, ਉੱਥੇ ਅਸੀਂ ਪਹੁੰਚਣਾ ਨੇ, ਗੁਰਦੁਆਰਾ ਸਾਡੇ ਗੁਆਂਢ ਵਿੱਚ ਨਹੀਂ ਪਹੁੰਚਿਆ ਗਿਆ ਤੇ ਪੈਰ ਤੇ ਬੁੱਢੇ ਹੋ ਗਏ ਨਾ। ਗੁਰਦੁਆਰਾ ਸਾਹਿਬ ਜਾ ਕੇ ਚੌਰ ਸਾਹਿਬ ਕਰਨ ਤੇ ਜੀ ਨਹੀਂ ਕਰਦਾ, ਆਪਣੀ ਥਾਲੀ ਵੀ ਆਪ ਮਾਂਜਣ ਤੇ ਜੀ ਨਹੀਂ ਕਰਦਾ ਵੀ ਜੇ ਟਾਈਮ ਹੈ ਘੱਟ ਤੋਂ ਘੱਟ ਆਪਣੇ ਭਾਂਡੇ ਮਾਂਜ ਕੇ ਧਰ ਦੋ। ਬੁਢੇਪਾ ਆ ਗਿਆ ਨਾ, ਕਿਸੇ ਦੀ ਹੈਲਪ ਨਹੀਂ ਕਰ ਪਾ ਰਹੇ। ਇਸੇ ਨੂੰ ਕਹਿੰਦੇ ਨੇ ਬੁਢੇਪਾ। ਤੇ ਜਿਸ ਦੇ ਉੱਤੇ ਬੁਢੇਪਾ ਆ ਜਾਏ ਫਿਰ ਬੁਢੇਪੇ ਤੋਂ ਬਾਅਦ ਮੌਤ ਹੋ ਜਾਂਦੀ ਹੈ। ਤੇ ਜਿਸ ਤੇ ਇਹ ਬੁਢੇਪਾ ਆ ਗਿਆ ਉਹਦੀ ਆਤਮਿਕ ਮੌਤ ਹੋ ਗਈ, ਉਹਦੇ ਅੰਦਰੋਂ ਇਨਸਾਨੀਅਤ ਵੀ ਮਰ ਗਈ। ਤਾਂ ਗੁਰੂ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਇਹ ਦੰਦ, ਇਹ ਅੱਖਾਂ, ਇਹ ਸੁੰਦਰਤਾ, ਬੁਢੇਪਾ ਇਹਨਾਂ ਦਾ ਵੈਰੀ ਹੈ। ਬੁਢੇਪੇ ਤੋਂ ਬਾਅਦ ਇਹ ਖਤਮ ਹੋ ਜਾਂਦੇ ਨੇ। ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਵੀ ਜਵਾਨੀ ਦਾ ਮਾਣ ਕਰਕੇ ਐਵੇਂ ਕਿਸੇ ਦੇ ਨੀਵਾਂ ਨਾ ਵਿਖਾਉਂਦੇ ਫਿਰੋ, ਅਹੰਕਾਰ ਨਾ ਕਰੋ, ਸੱਚ ਦੇ ਨਾਲ ਜੁੜੋ। ਇੱਕ ਨਾ ਬਜ਼ੁਰਗ ਤੁਰਿਆ ਜਾ ਰਿਹਾ ਸੀ ਗਲੀ ਵਿੱਚ, ਜਿਸ ਦਾ ਲੱਕ ਟੇਢਾ ਹੋ ਗਿਆ ਸੀ, ਸਿੱਧਾ ਨਹੀਂ ਸੀ ਉੱਤੋਂ ਹੋਇਆ ਜਾਂਦਾ। ਬਹੁਤ ਸਾਰੇ ਬਜ਼ੁਰਗ ਨੇ ਲੱਕ ਟੇਢਾ ਹੋ ਜਾਂਦਾ, ਖੂੰਡੀ ਫੜੀ ਸੀ, ਟੇਢਾ ਟੇਢਾ ਜਾ ਰਿਹਾ ਸੀ, ਸਿਰ ਨੀਵਾ ਕਰਕੇ। ਤੇ ਗਲੀ ਦੇ ਅੰਦਰ ਕੁਝ ਮਨ ਚੰਗੇ ਨੌਜਵਾਨ ਖਲੋਤੇ ਸਨ, ਆਏ ਗਏ ਨੂੰ ਟੀਚਰਾਂ ਕਰ ਰਹੇ ਸਨ। ਇਹਨਾਂ ਨੇ ਇਸ ਬਾਪੂ ਨੂੰ ਵੀ ਟੀਚਰ ਕੀਤੀ। ਕਹਿਣ ਲੱਗੇ, ਬਾਪੂ ਗਲੀ ਵਿੱਚ ਕੀ ਲੱਭਦਾ ਫਿਰਨਾ ਹੈ? ਟੇਢਾ ਜਿਹਾ ਹੋ ਕੇ ਤੁਰਿਆ ਜਾ ਰਿਹਾ ਸੀ ਨਾ, ਇਦਾਂ ਕਰਦਾ। ਕਹਿਣ ਲੱਗੇ, ਬਾਪੂ ਕੀ ਲੱਭਦਾ ਫਿਰਨਾ ਗਲੀ 'ਚ? ਕਹਿਣ ਲੱਗੇ, ਬੇਟਾ ਤੁਹਾਡੀ ਤਰ੍ਹਾਂ ਇਹਨਾਂ ਗਲੀਆਂ ਦੇ ਅੰਦਰ ਮੇਰੀ ਜਵਾਨੀ ਗਵਾਚ ਗਈ, ਮੈਂ ਆਪਣੀ ਜਵਾਨੀ ਲੱਭਦਾ ਫਿਰਨਾ। ਮੈਂ ਵੀ ਤੁਹਾਡੀ ਤਰ੍ਹਾਂ ਇਹਨਾਂ ਗਲੀਆਂ ਵਿੱਚ ਜਵਾਨੀ ਗਵਾ ਲਈ, ਜਵਾਨੀ ਲੱਭਦਾ ਫਿਰਨਾ, ਔਰ ਲੱਭਦੀ ਨਹੀਂ ਪਈ। ਹਕੀਕਤ ਹੈ ਨਾ। ਤਾਂ ਇਸ ਜਵਾਨੀ ਨੂੰ ਗਵਾਉਣਾ ਨਹੀਂ ਚਾਹੀਦਾ ਨਸ਼ੇ ਵਿਕਾਰਾਂ ਦੇ ਅੰਦਰ, ਝੂਠ ਫਰੇਬ ਵਿੱਚ, ਨਸ਼ਿਆਂ ਦੇ ਅੰਦਰ। ਇਸ ਲਈ ਜਿਹੜੇ ਸੱਚ ਦੇ ਨਾਲ ਜੁੜ ਜਾਂਦੇ ਨੇ ਫਿਰ ਉਹ ਬੁੱਢੇ ਕਦੇ ਨਹੀਂ। ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਉਹਨਾਂ ਦੇ ਅੰਦਰ ਪੋਜ਼ਿਟਿਵਿਟੀ ਹੈ, ਉਹਨਾਂ ਅੰਦਰ ਆਤਮਿਕ ਬੁਢੇਪਾ ਕਦੇ ਨਹੀਂ ਹੁੰਦਾ। ਪਰ ਜੋ ਸੱਚ ਨਾਲ ਟੁੱਟ ਜਾਂਦੇ ਨੇ ਉਹਨਾਂ ਦੇ ਅੰਦਰ ਆਤਮਿਕ ਬੁਢੇਪਾ ਆ ਜਾਂਦਾ ਹੈ। ਪੌੜੀ, ਹਰ ਸਾਲਾਹੀ ਸਦਾ ਸਦਾ ਤਨ ਮਨ ਸੌਂਪ ਸ਼ਰੀਰ। ਸੌਂਪ ਦਾ ਮਤਲਬ ਸੌਂਪ ਕੇ, ਹਵਾਲੇ ਕਰਕੇ। हे ਜੀਵ, ਤਨ ਮਨ ਆਪਣਾ ਪ੍ਰਭੂ ਦੇ ਹਵਾਲੇ ਕਰਕੇ ਪ੍ਰਭੂ ਦੀ ਸਿਫਤ ਸਲਾਹ ਕਰ। ਇਹ ਜਿਹੜੇ ਤੇਰੇ ਦੰਦ, ਅੱਖਾਂ, ਜਿਨ੍ਹਾਂ ਦੀ ਸੁੰਦਰਤਾ ਤੇ ਮਾਣ ਕਰਦਾ ਫਿਰਨਾ ਨਾ, ਇਹਨਾਂ ਨੇ ਸਦਾ ਨਹੀਂ ਰਹਿਣਾ। ਇਸ ਲਈ ਆਪਣਾ ਤਨ ਔਰ ਮਨ ਪ੍ਰਭੂ ਦੇ ਹਵਾਲੇ ਕਰ ਔਰ ਪ੍ਰਭੂ ਦੀ ਸਿਫਤ ਸਲਾਹ ਕਰ। ਮੀਨਸ ਕਿ ਰੱਬੀ ਰਜ਼ਾ ਦੇ ਅੰਦਰ ਤੁਰ ਔਰ ਸ਼ੁਭ ਗੁਣਾਂ ਦਾ ਧਾਰਨੀ ਹੋ। ਆਪਣੀ ਜਵਾਨੀ ਨੂੰ ਐਵੇਂ ਵਿਅਰਥ ਨਾ ਗਵਾ ਆਪਣੇ ਜੀਵਨ। ਗੁਰ ਸ਼ਬਦੀ ਸੱਚ ਪਾਇਆ, ਸੱਚਾ ਗਹਿਰ ਗੰਭੀਰ। ਗਹਿਰ ਗੰਭੀਰ ਦਾ ਮਤਲਬ ਡੂੰਘਾ, ਅਥਾਹ। ਗੰਭੀਰ ਦਾ ਮਤਲਬ ਵੱਡੇ ਜਿਗਰੇ ਵਾਲਾ। ਗੁਰ ਸ਼ਬਦੀ ਸੱਚ ਪਾਇਆ। ਗੁਰੂ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੇ ਗੁਰੂ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣ ਗਾਏ ਨੇ, ਸਦਾ ਸਥਿਰ ਰਹਿਣ ਵਾਲਾ ਪ੍ਰਭੂ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਉਹਨੇ ਪਾ ਲਿਆ ਹੈ, ਉਹਨੂੰ ਮਿਲ ਪਿਆ ਹੈ। ਯਾਨੀ ਜਿਸ ਨੇ ਗੁਰੂ ਦੀ ਸ਼ਬਦ ਰਾਹੀਂ ਜ਼ਿੰਦਗੀ ਜੀਵੀ ਹੈ। ਗੁਰੂ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ ਜਿਸ ਨੇ ਫੋਲੋ ਕੀਤਾ ਹੈ, ਉਹਨੇ ਸਦਾ ਸਥਿਰ ਰਹਿਣ ਵਾਲੇ, ਵੱਡੇ ਜਿਗਰੇ ਵਾਲੇ, ਡੂੰਘੇ ਗੁਣਾਂ ਦੇ ਸਾਗਰ ਪ੍ਰਭੂ ਨੂੰ ਪਾ ਲਿਆ। ਕਿੰਨੇ ਪਾਇਆ? ਗੁਰ ਸ਼ਬਦੀ, ਜੋ ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਜਿੰਦਾ ਹੈ। ਮੀਨਸ ਜਿਸ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ। ਮਨ ਤਨ ਹਿਰਦੈ ਰਵ ਰਹਿਆ, ਹਰ ਹੀਰਾ ਹੀਰ। ਹੀਰਾ, ਹੀਰ ਦਾ ਮਤਲਬ ਹੀਰਿਆਂ ਵਿੱਚੋਂ ਹੀਰਾ, ਸ੍ਰੇਸ਼ਟ ਹੀਰਾ, ਸਭ ਤੋਂ ਉੱਤਮ ਹੀਰਾ, ਸਭ ਤੋਂ ਕੀਮਤੀ, ਮਹਾਨ। ਮਨ ਤਨ ਹਿਰਦੈ ਰਵ ਰਹਿਆ, ਉਹਦੇ ਮਨ ਵਿੱਚ ਵੀ ਤਨ ਵਿੱਚ ਵੀ ਹੀਰਿਆਂ ਦਾ ਹੀਰਾ ਪ੍ਰਭੂ ਵਸ ਪੈਂਦਾ, ਜਿਨਨੇ ਗੁਰੂ ਦੀ ਸ਼ਬਦ ਮੁਤਾਬਕ ਜ਼ਿੰਦਗੀ ਜੀਵੀ ਹੈ, ਸਿਫਤ ਸਲਾਹ ਕੀਤੀ ਹੈ। ਤਾਂ ਉਹਦੇ ਮਨ ਔਰ ਤਨ ਦੇ ਅੰਦਰ ਹੀਰਿਆਂ ਦਾ ਹੀਰਾ ਭਾਵ ਸਭ ਤੋਂ ਕੀਮਤੀ ਪ੍ਰਭੂ ਵਸ ਪੈਂਦਾ, ਮਨ ਵਿੱਚ ਵੀ ਔਰ ਤਨ ਵਿੱਚ ਵੀ। ਯਾਨੀ ਉਹਦੀ ਮੈਂਟੈਲਿਟੀ ਵਿੱਚ ਵੀ ਰੱਬੀ ਗੁਣ ਨੇ, ਉਹਦੇ ਬਿਹੇਵੀਅਰ ਵਿੱਚ ਵੀ ਰੱਬੀ ਗੁਣ ਨੇ। ਜਨਮ ਮਰਨ ਕਾ ਦੁੱਖ ਗਿਆ, ਫਿਰ ਪਵੇ ਨਾ ਫੀਰ। ਫੀਰ ਦਾ ਮਤਲਬ ਫੇਰਾ। ਜਨਮ ਮਰਨ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰੇ ਜੀਵਨ ਦਾ ਦੁੱਖ ਚਲਾ ਗਿਆ। ਫਿਰ ਦਾ ਮਤਲਬ ਮੁੜ ਕੇ, ਪਵੇ ਦਾ ਮਤਲਬ ਪੈਂਦੀ ਨਹੀਂ, ਫੀਰ ਦਾ ਮਤਲਬ ਭਟਕਣਾ, ਫੇਰਾ, ਭਟਕਣਾ।
ਉਹਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਦੁੱਖ ਖਤਮ ਹੋ ਜਾਂਦਾ ਹੈ ਤੇ ਉਹ ਇਨਸਾਨ ਕਦੇ ਵੀ ਮੁੜ ਕੇ ਭਟਕਣਾ ਵਿੱਚ ਨਹੀਂ ਪੈਂਦਾ। ਜੀਵਨ ਦੇ ਸਹੀ ਰਾਸਤੇ ਤੋਂ ਭਟਕਦਾ ਨਹੀਂ। ਕੌਣ? ਜੋ ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ। ਜੋ ਗੁਰੂ ਸ਼ਬਦ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਉਹਦੇ ਸਾਰੇ ਜਨਮ ਦਾ ਜੀਵਨ ਦਾ ਦੁੱਖ ਖਤਮ ਹੋ ਜਾਂਦਾ ਹੈ। ਉਹ ਮੁੜ ਕੇ ਭਟਕਣਾ ਵਿੱਚ ਨਹੀਂ ਪੈਂਦਾ। ਭਾਵ ਕਿ ਉਹ ਜੀਵਨ ਦੇ ਅਸਲ ਰਾਹ ਤੋਂ, ਸੱਚ ਤੋਂ ਭਟਕਦਾ ਨਹੀਂ। ਇਸ ਲਈ ਸਾਨੂੰ ਸਿੱਖਿਆ ਦੇ ਰਹੇ ਨੇ, ਸਾਨੂੰ ਕੀ ਕਰਨਾ ਚਾਹੀਦਾ ਹੈ? ਨਾਨਕ ਨਾਮ ਸਲਾਹ ਤੂੰ ਹਰ ਗੁਣੀ ਗਹੀਰ। ਗੁਣੀ ਗਹੀਰ ਦਾ ਮਤਲਬ ਗੁਣਾ ਦਾ ਡੂੰਘਾ ਸਾਗਰ। ਹੇ ਨਾਨਕ, ਤੂੰ ਵੀ ਉਸ ਪ੍ਰਭੂ ਦੇ ਗੁਣ ਗਾ ਜੋ ਗੁਣਾ ਦਾ ਡੂੰਘਾ ਸਾਗਰ ਹੈ, ਗੁਣਾ ਦਾ ਮਹਾਨ ਵੱਡਾ ਸਾਗਰ ਹੈ। ਤੂੰ ਉਹਦੇ ਗੁਣ ਗਾ, ਉਹਦੀ ਸਿਫਤ ਸਲਾਹ ਕਰ। ਭਾਵ ਕਿ ਤੂੰ ਉਸ ਪ੍ਰਭੂ ਦੇ ਗੁਣਾ ਦਾ ਧਾਰਨੀ ਬਣ, ਜੋ ਅਨੰਤ ਗੁਣਾ ਦਾ ਡੂੰਘਾ ਗਹਿਰਾ ਸਾਗਰ ਹੈ। ਉਸ ਪ੍ਰਭੂ ਦੇ ਨਾਲ ਤੂੰ ਜੁੜਨ ਦਾ ਯਤਨ ਕਰ, ਉਸ ਪ੍ਰਭੂ ਦੇ ਗੁਣਾਂ ਨੂੰ ਤੂੰ ਗਾ, ਜਿਸ ਕਰਕੇ ਤੇਰਾ ਇਹ ਜੀਵਨਾ ਸਫਲ ਹੋ ਜਾਏ।